ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾਂ ਦਾ ਵਿਸਾਹ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਮਾਝ ਮਹਲਾ ਤੀਜਾ। ਆਤਮ ਰਾਮ ਪ੍ਰਗਾਸ ਗੁਰ ਤੇ ਹੋਵੈ, ਹਉ ਮੈਂ ਮੈਲ ਲਾਗੀ ਗੁਰ ਸ਼ਬਦੀ ਹੋਵੈ। ਆਤਮ ਰਾਮ ਪ੍ਰਗਾਸ ਗੁਰ ਤੇ ਹੋਵੈ, ਹਉ ਮੈਂ ਮੈਲ ਲਾਗੀ ਗੁਰ ਸ਼ਬਦੀ ਹੋਵੈ। ਮਨ ਨਿਰਮਲ ਅਨ ਦਿਨ ਭਗਤੀ ਰਾਤਾ, ਭਗਤ ਕਰੇ ਹਰ ਪਾਵਣਿਆ। ਹਉ ਵਾਰੀ ਜਿਉ ਵਾਰੀ ਆਪ ਭਗਤ ਕਰਨ, ਅਵਰਾ ਭਗਤ ਕਰਾਵਣਿਆ। ਤਿਨਾ ਭਗਤ ਜਨਾ ਕਉ ਸਦ ਨਮਸਕਾਰ ਕੀਜੈ, ਜੋ ਅਨ ਦਿਨ ਹਰ ਗੁਣ ਗਾਵਣਿਆ। ਰਹਾਉ ਆਪੇ ਕਰਤਾ ਕਾਰਣ ਕਰਾਏ, ਜਿਤ ਪਹਾਵੈ ਤਿਤ ਕਾਰੈ ਲਾਏ। ਪੂਰੈ ਭਾਗ ਗੁਰ ਸੇਵਾ ਹੋਵੈ, ਗੁਰ ਸੇਵਾ ਤੇ ਸੁਖ ਪਾਵਣਿਆ। ਮਰ ਮਰ ਜੀਵੈ ਤਾਂ ਕਿਛ ਪਾਏ, ਗੁਰ ਪ੍ਰਸਾਦੀ ਹਰ ਮਨ ਵਸਾਏ। ਸਦਾ ਮੁਕਤ ਹਰ ਮਨ ਵਸਾਏ, ਸਹਿਜੇ ਸਹਿਜ ਸਮਾਵਣਿਆ। ਬਹੁ ਕਰਮ ਕਮਾਵੈ ਮੁਕਤ ਨ ਪਾਏ, ਦੇ ਸੰਤਰ ਭਮੈ ਦੂਜੈ ਭਾਏ ਖੁਆਏ। ਬਿਰਥਾ ਜਨਮ ਗਵਾਇਆ ਕਪਟੀ, ਬਿਨ ਸ਼ਬਦੈ ਦੁਖ ਪਾਵਣਿਆ। ਧਾਵਤ ਰਾਖੈ ਠਾਕ ਰਹਾਏ, ਗੁਰ ਪ੍ਰਸਾਦੀ ਪਰਮ ਪਦ ਪਾਏ। ਸਤਿਗੁਰ ਆਪੇ ਮੇਲ ਮਿਲਾਏ, ਮਿਲ ਪ੍ਰੀਤਮ ਸੁਖ ਪਾਵਣਿਆ। ਇਕ ਕੂੜ ਲਾਗੇ ਕੂੜੇ ਫਲ ਪਾਏ, ਦੂਜੈ ਭਾਏ ਬਿਰਥਾ ਜਨਮ ਗਵਾਏ। ਆਪ ਡੂਬੇ ਸਗਲੇ ਕੁਲ ਡੋਬੇ, ਕੂੜ ਬੋਲ ਬਿਖ ਖਾਵਣਿਆ। ਇਸ ਤਨ ਮੈਂ ਮਨ ਕੋ ਗੁਰਮੁਖ ਦੇਖੈ, ਭਾਏ ਭਗਤ ਜਾਂ ਹਉ ਮੈਂ ਸੋਖੈ। ਸਿਧ ਸਾਧਿਕ ਮੋਹ ਨਿਤ ਹਾਰੀ ਰਹੇ ਲਿਵ ਲਾਏ, ਤਿਨ ਭੀ ਤਨ ਮੈਂ ਮਨ ਨਾ ਦਿਖਾਵਣਿਆ। ਆਪ ਕਰਾਏ ਕਰਤਾ ਸੋਈ, ਹੋਰ ਕੇ ਕਰੇ ਕੀਤੈ ਕਿਆ ਹੋਈ। ਨਾਨਕ ਜਿਸ ਨਾਮ ਦੇਵੈ ਸੋ ਲੇਵੈ, ਨਾਮੋ ਮਨ ਵਸਾਵਣਿਆ। ਆਪ ਕਰਾਏ ਕਰਤਾ ਸੋਈ, ਹੋਰ ਕੇ ਕਰੇ ਕੀਤੈ ਕਿਆ ਹੋਈ। ਨਾਨਕ ਜਿਸ ਨਾਮ ਦੇਵੈ ਸੋ ਲੇਵੈ, ਨਾਮੋ ਮਨ ਵਸਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਦੇ ਹਜ਼ੂਰ ਸੰਧਿਆ ਸਮੇਂ ਹਾਜ਼ਰੀਨ ਸਤਸੰਗਤ ਜੀਓ, ਵਡਭਾਗਤਾ ਹੈ
ਗੁਰੂ ਸ਼ਬਦ ਦੀ ਇਸ ਪਾਵਨ ਆਸੀਸ ਨੂੰ ਪ੍ਰਾਪਤ ਕਰਨ ਗੋਚਰੇ ਅਸੀਂ ਗੁਰੂ ਦਰਬਾਰ ਦੀ ਸੁਧ ਪ੍ਰਾਪਤ ਕੀਤੀ ਹੈ। ਭਾਵੇਂ ਸਰੀਰਕ ਤੌਰ ਤੇ ਗੁਰੂ ਦਰਬਾਰ ਹਾਜ਼ਰ ਹੋ ਪਾ ਰਹੇ ਹਾਂ ਜਾਂ ਟੈਲੀਵਿਜ਼ਨ ਰਾਹੀਂ ਅਤੇ ਹੋਰ ਮੀਡੀਆ ਆਊਟਲੈਟਸ ਰਾਹੀਂ ਘਰਾਂ ਥਾਵਾਂ ਤੋਂ ਗੁਰੂ ਸ਼ਬਦ ਨੂੰ ਅਸੀਂ ਮਾਣ ਰਹੇ ਹਾਂ। ਇਹ ਸਮਾਂ ਗੁਰਬਾਣੀ ਵਿਆਖਿਆ ਦਾ ਹੈ। ਇਸ ਵਿੱਚ ਮਾਝ ਰਾਗ ਦਾ ਸੰਦੇਸ਼ ਗੁਰੂ ਅਮਰਦਾਸ ਮਹਾਰਾਜ ਜੀ ਦੁਆਰਾ ਉਚਰਿਤ ਕੀਤੀ ਗਈ ਅਸ਼ਟਪਦੀਆਂ ਦੀ ਬਾਣੀ ਅਸੀਂ ਵਿਚਾਰਦੇ ਹਾਂ। ਸ਼ਬਦ ਆਪ ਨੇ ਸਰਵਨ ਕੀਤਾ ਹੈ, ਇਹਦੀ ਵਿਚਾਰ ਲਗਾਤਾਰ ਚੱਲ ਰਹੀ ਹੈ। ਅੱਜ ਇਸ ਪਾਵਨ ਬਚਨ ਦਾ 4 ਨੰਬਰ ਪਦਾ, ਉਹਦੇ ਤੋਂ ਵਿਚਾਰ ਅਸੀਂ ਅੱਗੇ ਤੋਰਾਂਗੇ। ਇੱਕ ਨਜ਼ਰ ਰਹਾਉ ਦੇ ਪਦੇ ਤੇ, ਜਿਹਦੇ ਵਿੱਚ ਮੁੱਖ ਸੁਨੇਹਾ ਹੈ, ਉਪਰੰਤ 4 ਨੰਬਰ ਬੰਦ। ਗੁਰਦੇਵ ਜ਼ਿਕਰ ਕਰ ਰਹੇ ਸੀ, ਹਉ ਵਾਰੀ ਜਿਉ ਵਾਰੀ ਆਪ ਭਗਤ ਕਰਨ ਅਵਰਾ ਭਗਤ ਕਰਾਵਣਿਆ। ਮੈਂ ਵਾਰਨੇ ਜਾਣਾ ਕੁਰਬਾਨ ਜਾਣਾ ਕਿਨਾਂ ਤੋਂ, ਆਪ ਭਗਤ ਕਰਨ ਅਵਰਾ ਭਗਤ ਕਰਾਵਣਿਆ। ਜਿਹੜੇ ਆਪ ਭਗਤੀ ਦੇ ਰੰਗ ਵਿੱਚ ਰੰਗੇ ਗਏ ਤੇ ਹੋਰਨਾਂ ਨੂੰ ਰੰਗਣ ਵਾਸਤੇ ਪ੍ਰੇਰਣਾ ਸਰੋਤ ਬਣੇ। ਗੁਰੂ ਗ੍ਰੰਥ ਸਾਹਿਬ ਅਸੀਂ ਸ਼ਬਦਾਂ ਦੇ ਸ਼ਬਦ ਪੜ੍ਹੀਏ, ਸਭ ਜ਼ਿਕਰ ਕਰਦੇ, ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ, ਧੂਰ ਤਿਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ। ਜਿਨ੍ਹਾਂ ਦਾ ਜੀਵਨ ਕਿਸੇ ਵੱਡੇ ਰੰਗ 'ਚ ਰੰਗਿਆ ਗਿਆ, ਜਿਹੜੇ ਉਸ ਸਪਿਰਿਚੁਅਲ ਜਿਹੜੀ ਸਾਡੀ ਰੀਅਲ ਬੀਇੰਗ ਆ ਉਹਨੂੰ ਇੰਜੋਏ ਕਰਨ ਦੇ ਕਾਬਿਲ ਬਣ ਗਏ। ਗੁਰੂ ਮਹਾਰਾਜ ਨੇ ਕਿਹਾ, ਮੈਂ ਉਹਨਾਂ ਦੇ ਚਰਨਾਂ ਦੀ ਖਾਕ ਮੰਗਦਾ ਹਾਂ। ਇਹਦਾ ਭਾਵ ਸਮਝੀਏ, ਚੰਗੇ ਬਣਨਾ ਤੇ ਚੰਗੇ ਬਣ ਕੇ ਜੀਵਨ ਨੂੰ ਜੀਂਦਿਆਂ ਹੋਇਆਂ ਦੂਜਿਆਂ ਤੱਕ ਚੰਗਿਆਈ ਪਹੁੰਚਾਣੀ, ਇਹ ਮਨੁੱਖ ਮਾਤਰ ਦਾ ਫਰਜ਼ ਗੁਰੂ ਮਹਾਰਾਜ ਨੇ ਵਾਰ-ਵਾਰ ਬਿਆਨ ਕੀਤਾ ਹੈ। ਜਦੋਂ ਬੰਦਾ ਚੰਗੇ ਦਾ ਯੋਗਦਾਨ ਨਾ ਬਣ ਕੇ ਮਾੜੇ ਵਾਲੇ ਪਾਸੇ ਤੁਰ ਰਿਹਾ ਤੇ ਮਾੜੇ ਨੂੰ ਪ੍ਰਸਾਰ ਰਿਹਾ, ਜਿਹਨੂੰ ਅਸੀਂ ਬੀਤੇ 'ਚ ਵਿਚਾਰਿਆ ਸੀਗਾ ਕਿ ਪਾਪ ਬਿਰਤੀ ਇੱਥੋਂ ਹੀ ਸ਼ੁਰੂ ਹੁੰਦੀ ਹੈ। ਮਹਾਰਾਜ ਸਾਨੂੰ ਪ੍ਰੇਰਦੇ, ਗੁਰਮਤੀਏ ਬਣੀਏ, ਭਗਤੀ ਭਾਵ ਵਾਲੇ ਪਾਸੇ ਚੱਲੀਏ ਤਾਂ ਕਿ ਹੋਰਨਾਂ ਲਈ ਪ੍ਰੇਰਨਾ ਬਣ ਸਕੀਏ। ਦੂਜੀ ਲਾਈਨ ਇਸ ਰਹਾਉ ਦੇ ਬੰਦ ਦੀ, ਤਿੰਨਾਂ ਭਗਤ ਜਨਾਂ ਕੋ ਸਦ ਨਮਸਕਾਰ ਕੀਜੈ। ਇਹੋ ਜਿਹੇ ਭਗਤ ਜਨਾਂ ਨੂੰ ਇੰਤਹਾ ਦਾ ਸਤਿਕਾਰ ਹੈ, ਨਮਸਕਾਰ ਹੈ, ਜੋ ਅਣਦਿਨ ਹਰ ਗੁਣ ਗਾਵਣੇ ਆ, ਜੋ ਹਰ ਸਮੇਂ ਹਰੀ ਦੇ ਗੁਣਗਾਨ ਵਿੱਚ ਆਪਣੇ ਆਪ ਨੂੰ ਲਗਾ ਕੇ ਰੱਖਦੇ ਨੇ। ਰਹਾਉ। ਹੁਣ ਬਾਤ ਕਰੀਏ 4 ਨੰਬਰ ਪੰਦ ਦੀ, ਜਿਹਦੇ 'ਚ ਗੁਰੂ ਮਹਾਰਾਜ ਬਿਆਨ ਕਰਦੇ, ਬਹੁ ਕਰਮ ਕਮਾਵੈ ਮੁਕਤ ਨਾ ਪਾਏ, ਦੇ ਸੰਤਰ ਭਮੈ ਦੂਜੈ ਭਾਏ ਖੁਆਏ, ਬਿਰਥਾ ਜਨਮ ਗਵਾਇਆ ਕਪਟੀ, ਬਿਨ ਸ਼ਬਦੈ ਦੁਖ ਪਾਵਣਿਆ। ਮਾਜ਼ਰਤ ਚਾਹਾਂਗਾ। ਬਹੁ ਕਰਮ ਕਮਾਵੈ ਮੁਕਤ ਨਾ ਪਾਏ। ਬਹੁ ਕਰਮ ਕਮਾਵੈ, ਜਿਹੜੇ ਧਾਰਮਿਕ ਤੌਰ ਤੇ ਬੰਦਾ ਕਿਰਿਆ ਕਲਾਪ ਕਰਦਾ ਹੈ, ਜਿਹਨੂੰ ਅਸੀਂ ਸਿੰਪਲ ਲੈਂਗੁਏਜ ਦੇ ਵਿੱਚ ਕਰਮ ਕਾਂਡ ਕਹਿ ਦਿੰਦੇ ਹਾਂ ਜਾਂ ਰਿਚੁਅਲਸ ਕਹਿ ਦਿੰਦੇ ਹਾਂ। ਇਹਦੇ 'ਚ ਇਹ ਹੈ ਕਿ ਬੰਦੇ ਦੀ ਹੀਅਰਿੰਗ ਸਿਲੈਕਟਿਵ ਹੈ, ਬੰਦੇ ਦੀਆਂ ਚੋਇਸਿਸ ਬੜੀਆਂ ਸਿਲੈਕਟਿਵ ਨੇ। ਤੇ ਈਵਨ ਜੇ ਧਾਰਮਿਕ ਖੇਤਰ ਵਿੱਚ ਵੀ ਦੇਖੀਏ, what does religion mean exactly? It's a discipline. ਤੇ ਡਿਸਿਪਲਿਨ ਲਈ ਜਿਹੜੇ ਮੈਜਰਮੈਂਟਸ ਹੁੰਦੇ ਨੇ, ਇਹ ਪੂਰੇ ਲਏ ਜਾਣ। ਸਪੋਜ਼ ਵੀ ਆਰ ਗੋਇੰਗ ਥਰੂ ਕੋਵਿਡ ਸਿਚੁਏਸ਼ਨ, COVID-19, and in this situation governments, institutions, they are providing some kind of instructions, they are giving us some kind of guidelines. We have to fulfill those guidelines properly, otherwise ਕੁਝ ਫੋਲੋ ਕਰ ਲਈਆਂ, ਕੁਝ ਨਾ ਕੀਤੀਆਂ। ਬੰਦੇ ਨੂੰ ਕਿਹਾ ਗਿਆ ਤੂੰ ਮਾਸਕ ਲਾਣਾ ਹੈ, ਠੀਕ ਹੈ ਜੀ, ਬੰਦੇ ਨੇ ਕਿਹਾ ਮਾਸਕ ਲਾ ਲਿਆ ਮੈਂ, ਪਰ ਮਾਸਕ ਲਗਾ ਕੇ ਬੰਦੇ ਨੇ ਇੱਧਰ ਉੱਧਰ ਹੱਥ ਲਗਾਏ, ਮਾਸਕ ਫਿਕਸ ਕਰਨ ਲੱਗ ਗਿਆ। ਮਤਲਬ ਇਹ ਵੀ ਗਾਈਡਲਾਈਨ ਜਿਸ ਲੈਵਲ ਤੇ ਫੋਲੋ ਕੀਤੀ, ਉਹਦੀ ਸਪਿਰਿਟ ਨਹੀਂ ਫੋਲੋ ਕੀਤੀ।
ਹੁਣ ਹਰ ਚੀਜ਼ ਤੇ ਇੰਨੀ ਡਿਟੇਲ 'ਚ ਨਹੀਂ ਨਾ ਲਿਖੀ ਜਾ ਸਕਦੀ। ਬੰਦੇ ਨੇ ਕਿਹਾ ਮਾਸਕ ਲਾਣਾ, ਹਾਂ ਲਾ ਲਿਆ, ਇੱਥੇ ਲਗਾ ਲਿਆ, ਨੱਕ ਖਾਲੀ ਰੱਖਤਾ, ਮੂੰਹ ਤੇ ਇਕੱਲੇ ਤੇ ਲਗਾ ਲਿਆ। ਜਾਂ ਕਿਹਾ ਗਿਆ ਬੰਦੇ ਨੇ ਗਲਵਜ਼ ਪਾਣੇ ਨੇ, ਠੀਕ ਹੈ ਜੀ, ਗਲਵਜ਼ ਪਾ ਲਏ, ਗਲਵਜ਼ ਪਾ ਕੇ ਬੰਦਾ ਜਿਹੜਾ ਫੇਕ ਇੰਪ੍ਰੈਸ਼ਨ ਸਾਨੂੰ ਮਿਲ ਰਿਹਾ ਚਾਰ ਚੁਫੇਰਿਓਂ, ਇਕੱਲੇ ਗਲਵਜ਼ ਪਾਣੇ ਨਹੀਂ, ਉਹਦੇ ਉਤਾਰਨੇ ਜਿਹੜੇ ਨੇ, ਜਦੋਂ ਉਤਾਰਨ ਲੱਗਾ ਉਦੋਂ ਸਾਰੇ ਹੱਥ ਵੀ ਕੰਟੈਮੀਨੇਟ ਕਰ ਲਏ, ਆਪਣੇ ਕੱਪੜੇ ਵੀ ਜਿਹੜੇ ਉਸ ਤਰੀਕੇ ਦੇ ਨਾਲ। ਹੁਣ ਬੰਦਾ ਕਹੇ ਕਿ ਮੈਂ ਤੇ ਸਾਰਾ ਮੈਜਰਸ ਤੇ ਲੈ ਰਿਹਾ, ਭਾਈ ਕਿੱਥੇ ਚੂਕ ਹੋ ਰਹੀ ਹੈ ਇਹ ਦੇਖ। ਜੇ ਅਸੀਂ ਸੋਸ਼ਲ ਸਟਰਕਚਰ ਦੇ ਵਿੱਚ ਦੇਖੀਏ ਤੇ ਜਿਹੜਾ ਇਹਦਾ ਖਾਸ ਕਰਕੇ ਕੈਨੇਡਾ ਅਮਰੀਕਾ ਵਰਗੇ ਮੁਲਕ ਦੇ ਵਿੱਚ, ਜਿੱਥੇ ਹਰ ਚੀਜ਼ ਪ੍ਰੋਪਰਲੀ ਫੋਲੋ ਹੋ ਸਕਦੀ ਹੈ, ਜਿੱਥੇ ਬੰਦਾ ਇੱਕ ਪ੍ਰੋਪਰ ਜਿਹੜਾ ਹੈਗਾ ਨੰਬਰ ਹੈ, ਉਸ ਨੰਬਰ ਦੀ ਪ੍ਰੋਪਰ ਕਾਊਂਟਿੰਗ ਹੁੰਦੀ, ਹਰ ਰੂਪ ਵਿੱਚ ਤੁਹਾਨੂੰ ਪੂਰੀ ਤਰ੍ਹਾਂ ਮੁਯੱਸਰ ਹੈ ਹਰ ਚੀਜ਼, ਉੱਥੇ ਤੇ ਕਮਿਊਨਿਟੀ ਸਪਰੈਡ ਨਹੀਂ ਹੋ ਸਕਦਾ। ਜੇ ਹੋਏਗਾ ਵੀ ਤੇ ਈਜ਼ੀਲੀ ਦੇ ਕੈਨ ਐਕਚੁਅਲੀ ਟਰੇਸ ਇਟ। ਇੱਥੇ ਵੀ ਅਸੀਂ ਦੇਖ ਰਹੇ ਹਾਂ ਇਹ ਚੀਜ਼ਾਂ ਨਹੀਂ ਹੋ ਪਾ ਰਹੀਆਂ। ਇੱਕੋ ਹੀ ਕਾਰਨ ਆ ਕਿ ਜਿਹੜਾ ਉਹ ਜਿੰਨਾ ਰੋਲ ਜਿਹਦਾ ਬਣਦਾ ਉਹ ਰੋਲ ਨਹੀਂ ਪ੍ਰੋਪਰਲੀ ਹੋ ਪਾ ਰਿਹਾ। ਹੁਣ ਆਪਾਂ ਇਸ ਸ਼ਬਦ ਦੇ ਮੁੱਖ ਬਾਤ ਜਿਹੜੀ ਹੋ ਰਹੀ ਉਹਦੇ ਤੇ ਆ ਜਾਈਏ। ਗੁਰੂ ਮਹਾਰਾਜ ਨੇ ਕਿਹਾ ਕਰਮ ਤੇ ਕੀਤੇ, ਧਰਮ ਦੇ ਨਾਂ ਤੇ ਕੀਤੇ, ਧਰਮ ਦੇ ਰੂਪ ਵਿੱਚ ਕੀਤੇ, ਪਰ ਜਿਹੜਾ ਅਲਟੀਮੇਟ ਰਿਜ਼ਲਟ ਉਹਦੇ ਚ ਆਉਣਾ ਸੀਗਾ ਉਹ ਨਾ ਆਇਆ। ਇਹਨੂੰ ਮਹਾਰਾਜ ਨੇ ਬਿਆਨ ਕੀਤਾ, ਕਰਮ ਧਰਮ ਪਾਖੰਡ ਜੋ ਦਿਸੈ ਤਿਨ ਜਮ ਜਾਗਾਤੀ ਲੂਟ ਹੈ। ਜਿਹੜੇ ਧਰਮ ਦੇ ਨਾਂ ਤੇ ਕਰਮ ਧਰਮ ਪਾਖੰਡ ਜੋ ਦਿਸੈ, ਮੈਂ ਵੀ ਕਾਫੀ ਲੰਬਾ ਸਮਾਂ ਇਸ ਚੀਜ਼ ਨੂੰ ਮਿਸਅੰਡਰਸਟੈਂਡ ਕਰ ਗਿਆ ਕਿ ਜਿਹੜਾ ਪਾਖੰਡ ਹੁੰਦਾ ਇਹਦਾ ਮਤਲਬ ਆਡੰਬਰ ਹੁੰਦਾ ਹੈ, ਇਹਦਾ ਮਤਲਬ ਹਿਪੋਕ੍ਰੇਸੀ ਹੁੰਦਾ। ਐਕਚੁਅਲੀ ਇਹਦਾ ਮਾਇਨਾ ਹਿਪੋਕ੍ਰੇਸੀ ਨਹੀਂ, ਪਾਖੰਡ ਦਾ ਮਤਲਬ ਹੈ ਪਾਰਸ਼ੀਅਲ ਐਫਰਟ, ਪੂਰੀ ਨਹੀਂ। ਪਾਖੰਡ ਕੁਝ ਹਿੱਸੇ, ਜਿਹੜੇ ਉਹ ਕੁਝ ਹਿੱਸੇ ਨੇ। ਜਿਹੜਾ ਹਿਪੋਕ੍ਰੇਸੀ ਦਾ ਮਤਲਬ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਬਗਲਾ ਭਗਤੀ, ਉਹ ਆਡੰਬਰ ਹੈ, ਉਹ ਜਾਣ ਬੁੱਝ ਕੇ ਹੋ ਰਿਹਾ। ਉਹਦੇ ਵਿੱਚ ਬੰਦਾ 100% ਇੰਟੈਂਸ਼ਨਲੀ ਇਹ ਕੰਮ ਕਰ ਰਿਹਾ ਵੀ ਬਾਹਰੋਂ ਕੁਝ ਹੋਰ ਵਿਖਾ ਰਿਹਾ, ਅੰਦਰੋਂ ਕੁਝ ਹੋ ਰਿਹਾ। ਜਿਹਨੂੰ ਭਗਤ ਫਰੀਦ ਜੀ ਨੇ ਇਸ ਤਰ੍ਹਾਂ ਕਿਹਾ ਸੀਗਾ ਕਿ ਜਿਹੜਾ ਬੰਦਾ ਦਿਲੋਂ ਮੁਹੱਬਤ ਜਿਨ ਸਹੀ ਸੱਚੇ ਆ, ਜਿਨ ਮਨ ਹੋਰ ਮੁਖ ਹੋਰ ਸੇ ਕੰਢ ਹੈ ਕੱਚੇ ਆ। ਮਨ ਵਿੱਚ ਹੋਰ ਹੈ, ਮੁਖ ਵਿੱਚ ਹੋਰ ਹੈ, ਤੇ ਇੰਟੈਂਸ਼ਨਲੀ ਹੈ, ਪਤਾ ਆ, ਜਾਣ ਬੁੱਝ ਕੇ। ਇਹਦੇ ਚ ਕਪਟੀ ਦਾ ਜ਼ਿਕਰ ਵੀ ਆਏਗਾ ਅੱਗੇ ਜਾ ਕੇ, ਕਪਟ ਬਿਰਤੀ ਹੈ। ਇਹ ਹੈ ਹਿਪੋਕ੍ਰੇਸੀ, ਇਹ ਹੈ ਆਡੰਬਰ। ਪਾਖੰਡ ਦਾ ਮਤਲਬ ਹੈ ਪਾਰਸ਼ਲੀ ਐਫਰਟਸ, ਪਾਰਸ਼ਲੀ ਜਿਹੜਾ ਹੈਗਾ ਕਿਸੇ ਚੀਜ਼ ਨੂੰ ਫੋਲੋ ਕਰਨਾ। ਕੁਝ ਕਰ ਲਿਆ, ਪਾਖੰਡ, ਖੰਡਿਤ ਕਰਕੇ ਕੁਝ ਹਿੱਸੇ ਪਾ ਲਏ, ਕੁਝ ਛੱਡ ਦਿੱਤੇ ਸਿਲੈਕਟਿਵ ਵੇ ਦੇ ਨਾਲ। ਜਿਹੜੇ ਸਿਲੈਕਟਿਵ ਵੇ ਨਾਲ ਕੀਤੇ, ਜਿੰਨੇ ਕੀਤੇ ਬੜੀ ਇਮਾਨਦਾਰੀ ਨਾਲ ਕੀਤੇ, ਪਰ ਕੁਝ ਹਿੱਸੇ ਬਿਲਕੁਲ ਛੱਡ ਦਿੱਤੇ ਉਸ ਰੂਪ ਦੇ ਵਿੱਚ। ਹੁਣ ਇਹ ਜਿਹੜੀ ਚੀਜ਼ ਆ, ਇਹਨੂੰ ਸਾਹਿਬ ਨੇ ਕਿਹਾ ਕਰਮ ਧਰਮ ਪਾਖੰਡ ਜੋ ਦਿਸ ਹੈ। ਬੰਦਾ ਕਰ ਤੇ ਰਿਹਾ ਕਰਮ ਧਰਮ, ਪਾਖੰਡ ਪਾਰਸ਼ਲੀ, ਜਮ ਜਾਗਾਤੀ ਲੂਟਾ ਹੈ। ਇਹਦੇ ਵਿੱਚ ਬੰਦੇ ਦੀ ਕਮਾਈ ਵੀ ਹੋ ਜਾਏਗੀ, ਪਰ ਕਮਾਈ ਨੂੰ ਜਮਾਂ ਦੀ ਜਾਗਾਤ ਵੀ ਲੱਗ ਜਾਏਗੀ। ਜਿਵੇਂ ਸਪੋਜ਼ ਕਰੋ ਕਿਤੇ ਕੋਈ ਬਹੁਤ ਇਨਕਮ ਜਨਰੇਟ ਹੋ ਜਾਏ, ਪਰ ਇਨਕਮ ਇੰਨੀ ਜਨਰੇਟ ਹੋ ਜਾਏ ਕਿ ਓਨਾ ਹੀ ਟੈਕਸ ਲੱਗ ਜਾਏ ਉਹਦੇ ਤੇ। ਬੰਦਾ ਕਹੇ ਵੀ ਉਹ ਕਮਾਈ ਤੇ ਹੋਈ ਸੀ ਐਕਚੁਅਲ ਲੈਵਲ ਤੇ, I was able to earn that much, but unfortunately ਟੈਕਸ ਬੜਾ ਹਾਈ, ਤੋਂ ਟੈਕਸ ਹੀ ਸਾਰਾ ਚਲਾ ਗਿਆ ਜੀ, ਟੈਕਸ 'ਚ ਹੀ ਸਭ ਪੇ ਹੋ ਗਿਆ ਉਸ ਤਰੀਕੇ ਦੇ ਨਾਲ। ਜਮਾਂ ਦੀ ਜਾਗਾਤ ਇਹ ਹੈ ਇਹਦੇ ਅੰਦਰ। ਜੇ ਸਹੀ ਰੂਪ ਵਿੱਚ ਦੇਖੀਏ ਨਾ, ਤੇ ਕਰਮ ਬੰਦੇ ਨੂੰ ਲਾਹਾ ਦਿੰਦੇ ਨੇ, ਹਰ ਤਰ੍ਹਾਂ ਦਾ ਕਰਮ ਲਾਹਾ, ਹਰ ਤਰ੍ਹਾਂ ਦੇ ਕਰਮ 'ਚੋਂ ਰਿਜ਼ਲਟ ਪ੍ਰੋਡਿਊਸ ਹੁੰਦਾ ਹੈ। ਦੈਟ ਇਜ਼ ਮਦਰ ਨੇਚਰਸ ਲਾ। ਆਪਾਂ ਬੀਤੇ ਕੱਲ੍ਹ ਵੀ ਸ਼ਾਇਦ ਬਾਤ ਕਰ ਰਹੇ ਸੀ ਥੋੜ੍ਹੀ ਜੀ। ਕੁਦਰਤ ਦਾ ਨਿਯਮ ਹੈ, ਲਾ ਆਫ ਕਾਜ਼ਮੋ, ਹੁਕਮ, ਜਿਹਨੂੰ ਕੋਈ ਬੰਦਾ ਅਵੋਇਡ ਨਹੀਂ ਕਰ ਸਕਦਾ, ਕੋਈ ਉਸ ਨੂੰ ਜਿਹੜਾ ਹੈਗਾ ਓਵਰ ਰੂਲ ਨਹੀਂ ਕਰ ਸਕਦਾ। ਮਿੱਟੀ ਹੈ, ਮਿੱਟੀ ਦੇ ਆਗੋਸ਼ 'ਚ ਬੀਜ ਦਿੱਤਾ, ਉਹਦੇ ਅੰਦਰ ਗਰਮੀ ਪ੍ਰੋਪਰ ਆਈ, ਬੀਜ 'ਚ ਜਾਨ ਹੋਏ, ਮਿੱਟੀ ਉਗਾਏਗੀ। ਆਪਨੇ ਕਦੀ ਦੇਖਿਆ ਹੋਏਗਾ, ਇੱਥੇ ਵੀ ਤੁਸੀਂ ਜਦੋਂ ਮੌਸਮ ਬਦਲਦਾ ਆ, ਤੇ ਜਿਨ੍ਹਾਂ ਲੋਕਾਂ ਨੇ ਮਤਲਬ ਆਪਣੇ ਬੈਕ ਯਾਰਡ ਦੇ ਵਿੱਚ ਜਾਂ ਫਰੰਟ ਯਾਰਡ ਦੇ ਉੱਤੇ ਮਤਲਬ ਉਹ ਸਾਰਾ ਪੱਕਾ ਕੀਤਾ ਹੁੰਦਾ ਹੈ, ਉੱਥੇ ਸਿਮਟਡ ਹੁੰਦਾ ਆ, ਉੱਥੇ ਸਟੋਨ ਵਰਕ ਕਰਾਇਆ ਹੁੰਦਾ, ਬਹੁਤ ਤਰੀਕੇ ਦੇ ਨਾਲ ਕਰਦੇ ਲੋਕੀ। ਪਰ ਤੁਸੀਂ ਦੇਖੋਗੇ ਜਿੱਥੇ ਥੋੜ੍ਹੀ ਜਿਹੀ ਵੀ ਕਿਤੇ ਜਗ੍ਹਾ ਬਚ ਜਾਏ, ਮਾੜੀ ਜਿਹੀ ਵੀ ਜਗ੍ਹਾ, ਉੱਥੇ ਥੋੜ੍ਹੀ ਜਿਹੀ ਮਿੱਟੀ ਆ ਜਾਏ, ਤੇ ਮਿੱਟੀ 'ਚ ਕਿਤੇ ਕੋਈ ਬੀਜ ਪਹੁੰਚ ਜਾਏ, ਉੱਥੇ ਉੱਗ ਜਾਂਦਾ। ਬੰਦਾ ਕਹੇਗਾ ਕਮਾਲ ਹੈ, ਇਹਦੇ ਲਈ ਤਾਂ ਜਗ੍ਹਾ ਹੀ ਨਹੀਂ ਹੈਗੀ। ਭਾਈ ਮਦਰ ਨੇਚਰ ਨੂੰ ਪਤਾ ਆ, ਉਹਦਾ ਲਾ ਆ
ਜੇ ਕਿਤੇ ਕੋਈ ਬੀਜ ਜਾਂ ਥੋੜੀ ਜਿਹੀ ਵੀ ਉੱਥੇ ਡਸਟ ਜਿੰਨੀ ਇੰਨੀ ਜਿਹੀ ਟਾਈਨੀ ਮਿੱਟੀ ਵੀ ਆ ਗਈ, ਉਹ ਉੱਗੇਗੀ। ਜਿਹੜਾ ਕਰਮ ਆ ਜਿਹੋ ਜਿਹਾ ਵੀ ਕਰੋਗੇ ਉਹ ਪ੍ਰਫੁੱਲਤ ਹੋਏਗਾ। ਇਹਦੇ 'ਚ ਕਿਸੇ ਕਿਸਮ ਦੀ ਦੋ ਰਾਹ ਨਹੀਂ ਹੋ ਸਕਦੀ। ਗੁਰੂ ਬਾਬਾ ਜੀ ਨੇ ਬਾਣੀ 'ਚ ਸਿੱਧੇ ਤੌਰ ਤੇ ਬਿਆਨ ਕੀਤਾ, ਉਹ ਬੰਦੇ ਇਹ ਜਿਹੜਾ ਜੀਵਨ ਹੈ ਨਾ, ਜਿਹਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤ। ਜਿਹੋ ਜਿਹਾ ਬੀਜੇਗਾ ਉਹੋ ਜਿਹਾ ਵੱਢੇਗਾ, ਇਹ ਕਰਮਾ ਸੰਧੜਾ ਆ। ਮਤਲਬ ਇੱਥੇ ਉਹੀ ਚੀਜ਼ ਜਿਹੜੀ ਹੈ, ਜਿਹੜੀ ਪਾਈ ਗਈ ਹੈ, ਜਿਸ ਐਫਰਟ ਪਾਈ ਗਈ, ਜਿਸ ਤਰੀਕੇ ਦੀ, ਉਹੋ ਜਿਹਾ ਸਿੱਟਾ, ਉਹੋ ਜਿਹਾ ਰਿਜ਼ਲਟ ਜਿਹੜਾ ਸਾਹਮਣੇ ਆਵੇਗਾ। ਧਰਮ ਦੇ ਖੇਤਰ ਦੇ ਸਭ ਤੋਂ ਵੱਡੀ ਜਿਹੜੀ ਚੀਜ਼ ਕੰਮ ਕਰਦੀ ਹੈ ਉਹ ਹੈਗੀ ਭਾਵਨਾ, ਭਾਵ। ਬੰਦੇ ਦਾ ਇਹ ਬਣਨਾ ਬਹੁਤ ਔਖਾ ਆ, ਜਿਹਨੂੰ ਤੁਸੀਂ ਕਹਿ ਲਓ ਕਿ ਬੰਦੇ ਦੇ 'ਚ ਇੱਕ ਡਿਵੋਸ਼ਨਲ ਫੀਲਿੰਗ ਆਉਣੀ, ਬੜਾ ਅਧਿਆਤਮੀ ਤਲ ਦੇ ਉੱਤੇ ਬੰਦਾ ਅੰਦਰੋਂ ਜਿਹੜਾ ਉਸ ਭਾਵ ਨਾਲ ਭਰ ਜਾਏ। ਇਸ ਚੀਜ਼ ਨੂੰ ਗੁਰੂ ਬਾਬਾ ਜੀ ਨੇ ਬਿਆਨ ਕੀਤਾ ਕਿ ਬੰਦੇ ਚੇਤੇ ਰੱਖੀ, ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਆ ਨਾ, ਜਿਹੜਾ ਗੁਰੂ ਦੇ ਰੂਪ ਵਿੱਚ ਸਾਡੇ ਕੋਲ ਵਰਤਦਾ ਹੈਗਾ, ਤੇ ਉਹ ਇਹ ਹੈ ਕਿ ਸਤਿਗੁਰ ਸਦਾ ਦਿਆਲ ਹੈ ਭਾਈ, ਵਿਨ ਭਾਗਾਂ ਕਿਆ ਪਾਈਐ, ਏਕ ਨਦਰ ਕਰ ਦੇਖੈ ਸਭ ਉਪਰ, ਜਿਹਾ ਭਾਉ ਤਿਹਾ ਫਲ ਪਾਈਐ। ਭਾਵਨੀ ਨੂੰ ਫਲ ਹੈ, ਜਿਹੋ ਜਿਹਾ ਭਾਉ ਹੈ ਉਹੋ ਜਿਹਾ ਫਲ ਹੈ, ਉਸ ਰੂਪ ਵਿੱਚ ਮਿਲਦੀ ਹੈ। ਅੱਜ CBT ਦੇ ਵਿੱਚ, ਕੋਗਨੀਸ਼ਨ ਫੰਕਸ਼ਨਿੰਗ ਥੈਰੇਪੀਜ਼ ਦੇ ਵਿੱਚ, ਜਾਂ ਹੋਰ ਬਹੁਤ ਸਾਰੀਆਂ ਥੈਰੇਪੀਜ਼ ਦੇ ਵਿੱਚ ਇਹ ਚੀਜ਼ ਸਮਝ ਆ ਰਹੀ ਹੈ, ਜੋ ਸੋਚੋਗੇ ਹੋ ਜਾਏਗਾ। ਭਾਵ ਹੈ ਤੁਹਾਡਾ, ਜਿਹੋ ਜਿਹੀ ਭਾਵਨਾ ਅੰਦਰ ਚੱਲ ਰਹੀ ਹੈ, ਉਹੋ ਜਿਹੇ ਸਿੱਟੇ, ਉਹੋ ਜਿਹੇ ਫਲ, ਉਹੋ ਜਿਹੇ ਰਿਜ਼ਲਟ ਧਰਤੀ ਤੇ ਤੁਸੀਂ ਵੇਖੋਗੇ। ਸਪੋਜ਼ ਬੰਦਾ, ਘਰ ਦਾ ਬੱਚਾ ਕੋਈ ਤੰਗ ਕਰ ਰਿਹਾ ਤੁਹਾਨੂੰ, ਤੇ ਉਸ ਬੱਚੇ ਨੂੰ ਤੁਸੀਂ ਮਨੋਂ ਤੇ ਦਿਲੋਂ, ਜੋ ਮੂੰਹ ਤੋਂ ਤੇ ਕੁਛ ਨਹੀਂ ਕਹਿ ਰਹੇ, ਦਿਲ ਤੋਂ ਤੁਸੀਂ ਇਹ ਕਹਿ ਰਹੇ ਹੋ ਕਿ ਬੇਟਾ ਤੂੰ ਦੇਖ, ਮੈਂ ਤੈਨੂੰ ਪਿਆਰ ਕਰਦਾ ਬੇਟਾ, ਤੂੰ ਪਾਸ ਹੋਏਗਾ ਬੇਟਾ, ਤੂੰ ਬਹੁਤ ਵਧੀਆ ਚੰਗਾ ਬੱਚਾ ਬਣੇਗਾ ਬੇਟਾ, ਕੱਲ ਨੂੰ ਆਪਾਂ ਬਹੁਤ ਵਧੀਆ ਕੰਮ ਕਰਾਂਗੇ। ਤੇ ਤੁਹਾਡੇ ਦਿਲ ਵਿੱਚੋਂ ਵਾਰ-ਵਾਰ ਇੱਕੋ ਭਾਵ ਹੀ ਨਿਕਲ ਰਿਹਾ ਹੈ, ਇਹਨੇ ਮੇਰੀ ਜ਼ਿੰਦਗੀ ਖਰਾਬ ਕਰਨੀ ਹੈ, ਇਹਦਾ ਕੁਛ ਨਹੀਂ ਹੋ ਸਕਣਾ, ਇਹਨੇ ਬਸ ਇਹ ਬਦਲਾ ਲੈਣ ਹੀ ਆਇਆ ਮੇਰੇ ਤੋਂ। ਸਮਝੋ ਭਾਵ ਨੂੰ ਫਲ ਲੱਗ ਰਿਹਾ ਆਇਆ। ਤੇ ਭਾਵ ਬਦਲਣਾ ਬਹੁਤ ਮੁਸ਼ਕਲ ਹੈ, ਕਿਉਂਕਿ ਭਾਵ ਰਿਐਲਿਟੀ ਦੇ ਬਹੁਤ ਕਲੋਜ਼ ਹੁੰਦਾ। ਜਦੋਂ ਤੁਸੀਂ ਬਾਹਰੋਂ ਤੇ ਅਵੋਇਡ ਕਰ ਲੋਗੇ, ਬਾਹਰੋਂ ਤੁਸੀਂ ਕਹੋਗੇ ਕੋਈ ਗੱਲ ਨਹੀਂ, ਮੈਂ ਐਕਚੁਅਲੀ ਮੈਂ ਨਹੀਂ ਵੇਖਿਆ, ਮੈਂ ਨਹੀਂ ਸੁਣਿਆ, ਅੰਦਰ ਤੇ ਸਭ ਜਾਣਦਾ ਨਾ ਗਲਤ ਹੋ ਰਿਹਾ, ਗਲਤ ਵੇਖ ਰਿਹਾ ਇਸ ਤਰੀਕੇ ਨਾਲ। ਸੋ ਉਸ ਅੰਦਰ ਦੀ ਦੁਨੀਆ ਨੂੰ, ਉਹਨੂੰ ਤਾਂ ਸਮਝ ਸਕੋਗੇ ਜਾਂ ਤਾਂ ਉਹਨੂੰ ਠੀਕ ਕਰ ਸਕੋਗੇ ਜਦੋਂ ਬਹੁਤ ਰੂਹਾਨੀ ਅਹਿਸਾਸ ਵਿੱਚ ਜਾਓਗੇ। ਭਗਤੀ ਕੌਣ ਨਹੀਂ ਕਰਨਾ ਚਾਹੁੰਦਾ, ਪਰ ਹੁੰਦੀ ਕਿੱਥੇ ਹੈ? ਲੋਕੀ ਤੇ ਹੋਰਾਂ ਨੂੰ ਕਰਦੇ ਆ, ਹੋਰਾਂ ਨੂੰ ਭਗਤੀ ਕਰਦਿਆਂ ਨੂੰ ਕਹਿੰਦੇ ਉਹ ਪਾਠ ਕੀਤਿਆਂ ਕੁਛ ਨਹੀਂ ਹੁੰਦਾ, ਛੱਡ ਪਰਾਂ, ਇਹ ਕਿਹੜੇ ਚੱਕਰਾਂ 'ਚ ਪਿਆ ਤੂੰ, ਉਹ ਕੁਛ ਨਹੀਂ ਹੈਗਾ, ਕੋਈ ਰੱਬ ਨਹੀਂ ਹੈਗਾ, ਕੋਈ ਕੁਛ ਨਹੀਂ। ਰੀਜ਼ਨ ਕੀ ਹੈ? ਕਿਉਂਕਿ ਇਹੋ ਜਿਹੇ ਪਾਖੰਡ ਦੇਖਿਆ ਉਹਨੇ, ਪਾਰਸ਼ਲੀ ਲੋਕਾਂ ਨੂੰ ਇਹ ਚੀਜ਼ਾਂ ਕਰਦਿਆਂ ਐਕਚੁਅਲ ਲੈਵਲ ਤੇ ਕਿਤੇ ਕੋਈ ਨਾ ਉਹੋ ਜਿਹਾ ਸੱਟਾ ਨਿਕਲਿਆ, ਨਾ ਰਿਜ਼ਲਟ ਨਿਕਲਿਆ, ਪਰ ਡੀਪ ਲੈਵਲ ਤੇ ਦੇਖਿਆ ਜਾਏ ਤੇ ਕਰਮ ਹੀ ਪ੍ਰੋਪਰ ਨਹੀਂ ਹੋਇਆ। ਬੰਦਾ ਬੀਜ ਉਹਨੇ ਬੀਜਿਆ ਨਹੀਂ, ਜੇ ਬੀਜਿਆ ਤੇ ਜਿਸ ਭਾਵ ਨਾਲ ਬੀਜਿਆ, ਉਸ ਭਾਵ ਦਾ ਅਹਿਸਾਸ ਸਾਹਮਣੇ ਉਸ ਰੂਪ ਵਿੱਚ ਫੁੱਟ ਰਿਹਾ। ਗੁਰੂ ਬਾਬਾ ਜੀ ਨੇ ਸਾਨੂੰ ਅਹਿਸਾਸ ਕਰਾਇਆ, ਉਹ ਬੰਦੇ ਦੇਖ, ਕਰਮ ਕਰ ਪਰ ਕਰਮ ਉਹ ਕਰ ਜਿਹੜੇ ਕਰਮ ਦੇ ਵਿੱਚ ਤੇਰਾ ਮਨ ਆ, ਚਿੱਤ ਆ, ਤੇ ਜਿਸ ਨੂੰ ਵਾਕਿਆ 'ਚ ਹੀ ਮਨ ਚਿੱਤ ਕਰਕੇ ਤੂੰ ਅਹਿਸਾਸ ਤਾਂ ਹੈਗਾ, ਪਾਰਸ਼ਲੀ ਨਹੀਂ। ਜੇ ਪਾਠ ਵੀ ਹੈ ਕਰੋ, ਸਿੱਖੋ ਹੌਲੀ ਹੌਲੀ ਕਰਕੇ, ਪਰ ਅਰਦਾਸ ਕਰੋ ਮਾਲਕਾ ਐਸਾ ਤਰਸ ਕਰੇ ਪਾਠ ਹੋ ਜਾਏ। ਕੋਈ ਵੀ ਭਗਤੀ ਦਾ ਕਿਸੇ ਕਿਸਮ ਦਾ ਵੀ ਜਿਹੜਾ ਸੂਤਰ ਹੈ ਉਸ ਰੂਪ ਦੇ ਵਿੱਚ, ਇੱਥੇ ਗੁਰੂ ਬਾਬਾ ਜੀ ਜਿਹੜੀ ਬਾਤ ਕੀਤੀ ਹੈ, ਮਹਾਰਾਜ ਕਹਿੰਦੇ ਬਹੁ ਕਰਮ ਕਮਾਵੈ, ਬੜੇ ਕਰਮ ਕੀਤੇ ਡਿਫਰੈਂਟ ਤਰੀਕੇ ਦੇ ਨਾਲ, ਮੁਕਤ ਨਾ ਪਾਏ। ਹੁਣ ਮੁਕਤੀ ਹੋ ਜਾਣੀ ਚਾਹੀਦੀ ਹੈ ਬੰਦੇ ਦੀ, ਸੈਲਵੇਸ਼ਨ, ਜੇ ਸੈਲਵੇਸ਼ਨ ਨਹੀਂ ਤੇ ਐਟਲੀਸਟ ਉਹ ਆਪਣੇ ਆਪ ਨੂੰ ਵਿਕਾਰਾਂ ਤੋਂ ਹੀ, ਬੈਡ ਡੀਡਸ ਤੋਂ ਹੀ ਲਿਬਰੇਟ ਕਰ ਲਵੇ, ਉਹੀ ਲਿਬਰੇਸ਼ਨ ਆ ਜਾਏ, ਮਾੜੀਆਂ ਆਦਤਾਂ ਹੀ ਛੁੱਟ ਜਾਣ, ਹੋਰ ਕੁਝ ਨਹੀਂ। ਬੰਦੇ ਕੋਲੋਂ ਕ੍ਰੋਧ, ਵਾਸ਼ਨਾ, ਈਰਖਾ, ਦਵੈਖ, ਚਲੋ ਹੋਰ ਕੁਝ ਵੀ ਨਾ ਹੋਏ, ਐਟਲੀਸਟ ਬੰਦੇ ਕੋਲੋਂ ਉਹਦੀ ਲੇਜ਼ੀਨੈਸ ਜਿਹੜੀ ਹੈ, ਆਲਸ, ਉਹੀ ਛੱਡ ਜਾਏ। ਬੰਦੇ ਦੀ ਹਾਲਤ ਤੇ ਹੈ ਵੀ ਉਹ ਵੀ ਨਹੀਂ ਛੱਡ ਰਿਹਾ, ਫਿਰ ਬੰਦਾ ਕਹਿੰਦਾ ਵੀ ਫਾਇਦਾ ਕੀ ਹੈ ਭਾਈ, ਇਹਦੇ 'ਚੋਂ ਮਿਲੇਗਾ ਕੀ? ਗੁਰੂ ਬਾਬਾ ਜੀ ਕਹਿੰਦੇ ਭਾਈ ਉਹ ਜਿਹੜੇ ਕਰਮ ਸੀਗੇ ਉਸ ਲੈਵਲ ਤੇ ਨਹੀਂ ਹੋਏ, ਭਾਵ ਦੇ ਨਾਲ, ਤੇ ਜਿਹੜਾ ਹੈ ਖੰਡਿਤ ਰੂਪ ਵਿੱਚ ਹੋਏ ਸਾਰੇ ਦੇ ਸਾਰੇ।
ਕਿਆ ਬਹੁ ਕਰਮ ਕਮਾਵੇ ਮੁਕਤ ਨਾ ਪਾਏ, ਦੇਸੰਤਰ ਭਵੇਂ ਦੂਜਾ ਭਾਏ ਖੁਆਏ। ਹੁਣ ਦੂਜਾ ਭਾਏ ਖੁਆਏ ਕਿਉਂਕਿ ਭਾਉ ਦੂਜਾ ਸੀਗਾ ਜਿਹਦੀ ਬਾਤ ਆਪਾਂ ਕਰ ਰਹੇ ਸੀਗੇ। ਬਹੁ ਦੇਸੰਤਰ ਭਵੇਂ, ਦੇਸੰਤਰ ਭਵੇਂ ਇਹਦੇ ਬਾਬਤ ਅਜੇ ਵੀ ਹੈ। ਬੰਦਾ ਕੈਨੇਡਾ 'ਚ ਪੈਦਾ ਹੋਇਆ, ਕੈਨੇਡਾ 'ਚ ਰਹਿ ਰਿਹਾ ਟੋਰਾਂਟੋ ਸਿਟੀ ਦੇ 'ਚ ਇੱਥੇ, ਤੇ ਫਿਰ ਸੋਚਦਾ ਵੀ ਓਕੇ ਲੈਟਸ ਡੂ ਸਮ ਮੈਡੀਟੇਸ਼ਨ ਔਰ ਡੂ ਸਮ ਕਾਈਂਡ ਆਫ ਰਿਲੀਜੀਅਸ ਐਕਟੀਵਿਟੀਜ਼। ਸੋ ਵੇਅਰ ਟੂ ਗੋ, ਲੈਟਸ ਗੋ। ਆਪਾਂ ਚੱਲਦੇ ਹਾਂ ਜਾਪਾਨ, ਜਾਂਦੇ ਹਾਂ ਯਨ ਬੁੱਧਿਜ਼ਮ ਵਾਲਿਆਂ ਦੇ ਕੋਲ ਜਾਂਦੇ ਹਾਂ। ਆਪਾਂ ਇੰਡੀਆ ਚਲੇ ਜਾਂਦੇ ਹਾਂ ਕਿਤੇ ਜਿਹੜਾ ਹੈਗਾ ਕਿਸੇ ਯੋਗ ਪੀਠ 'ਚ, ਕਿਤੇ ਫਲਾਂ ਜਗ੍ਹਾ 'ਤੇ। ਇਸ ਕਿਸਮ ਦੀਆਂ ਚੀਜ਼ਾਂ ਬੰਦਾ ਭਟਕ ਰਿਹਾ ਤੇ ਉਹਨੂੰ ਲੱਗ ਰਿਹਾ ਕਿ ਜਿਹੜੇ ਮੇਰੇ ਮਨ ਦੀ ਦਸ਼ਾ ਹੈ ਨਾ, ਮਾਈ ਮਾਈਂਡ ਇਜ਼ ਵਾਂਡਰਿੰਗ ਆਲ ਦਾ ਟਾਈਮ। ਜੇ ਮੈਂ ਜਗ੍ਹਾ ਬਦਲ ਜਾਂਗਾ, ਜੇ ਮੈਂ ਇਸ ਕਮਰੇ ਤੋਂ ਇਸ ਕਮਰੇ ਚਲਾ ਜਾਂਗਾ, ਮੈਂ ਇਸ ਸ਼ਹਿਰ ਤੋਂ ਦੂਸਰੇ ਸ਼ਹਿਰ ਚਲਾ ਜਾਂਗਾ, ਇਹ ਪਿੱਛੇ ਰਹਿ ਜਾਏਗੀ। ਹਾਲਾਂਕਿ ਉਹਨੂੰ ਇਹ ਨਹੀਂ ਪਤਾ ਕਿ ਐਕਚੁਅਲ ਲੈਵਲ ਤੇ ਇਹ ਮਾਨੀ ਤੇ ਮਿਜ਼ਰੀ ਕੈਰੀ ਕਰ ਰਿਹਾ ਹੈਗਾ। ਇਹਨੂੰ ਤੇ ਤੂੰ ਛੱਡ ਨਹੀਂ ਸਕਦਾ ਕਿਤੇ ਵੀ, ਇਹ ਤੇ ਨਾਲ ਜਾਏਗਾ। ਭਵੀਜਾ ਤੇ ਸੰਤਰ ਗੁਰੂ ਬਾਬਾ ਜੀ ਨੇ ਬਿਆਨ ਕੀਤਾ। ਸਭ ਕਹਿੰਦੇ ਪੁੰਰ ਤਾਪ ਗੇਰੀ ਕੇ ਬਸਤਰਾ, ਅਪਦਾ ਕਾ ਮਾਰਿਆ ਗ੍ਰਸਤੇ ਨਸਤਾ, ਦੇਸ਼ ਛੋੜ ਪ੍ਰਦੇਸੈ ਤਾਇਆ। ਦੇਸ਼ ਛੱਡਿਆ, ਪ੍ਰਦੇਸ਼ ਚਲਾ ਗਿਆ, ਦੂਰ ਚਲਾ ਗਿਆ। ਹੋਇਆ ਕਿ ਪੰਜ ਚੰਡਾਲ ਨਾਲੇ ਲੈ ਆਇਆ। ਉਹ ਪੰਜ ਚੰਡਾਲ ਜਿਹੜੇ ਸੀਗੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹ ਤੇ ਨਾਲ ਹੀ ਨੇ। ਉਹ ਪੰਜ ਚੋਰ ਨਾਲ ਹੀ ਤੁਰੇ ਫਿਰਦੇ ਨੇ। ਪਰ ਇਕੱਲਾ ਇਹ ਹੀ ਨਹੀਂ, ਬੰਦੇ ਦੇ ਟ੍ਰੇਟਸ, ਬੰਦੇ ਦੀਆਂ ਜਿਹੜੀਆਂ ਆਦਤਾਂ ਨੇ, ਇਹ ਸਭ ਇਹ ਕਿੱਥੇ ਛੱਡ ਜਾਣਗੀਆਂ ਪਿੱਛੇ। ਬਾਬਾ ਜੀ ਨੇ ਕਿਹਾ ਕਰਮ ਉਹ ਕਰ ਜਿਨ੍ਹਾਂ ਦੇ ਵਿੱਚੋਂ ਤੇਰਾ ਆਦਤਾਨਾ ਪੱਖ ਘਟੇ, ਤੇਰੇ ਸੰਸਕਾਰ ਬਦਲ ਸਕਣ, ਤੈਨੂੰ ਕੁਝ ਚੰਗੇਰੇ ਜੀਵਨ ਦੀ ਜਾਚ ਆ ਸਕੇ। ਪਰ ਇਹ ਨਾ ਹੋਇਆ। ਦਿਸੰਤਰ ਭਵੇਂ ਦੂਜਾ ਭਾਏ ਖੁਆਏ, ਬਿਰਥਾ ਜਨਮ ਗਵਾਇਆ ਕਪਟੀ, ਬਿਨ ਸ਼ਬਦਾ ਦੁੱਖ ਪਾਵਣਿਆ। ਬਿਰਥਾ ਬੇਅਰਥ ਜਨਮ ਗਵਾਇਆ ਕਪਟੀ, ਕਪਟ ਕਰ ਰਿਹਾ। ਜਿਹੜੀ ਬਾਤ ਕਰ ਰਿਹਾ ਸੀਗਾ ਕਿ ਮੂੰਹ ਵਿੱਚ ਕੁਝ ਹੋਰ ਚੱਲ ਰਿਹਾ, ਮਨ ਵਿੱਚ ਕੁਝ ਹੋਰ ਚੱਲ ਰਿਹਾ, ਦੋਵਾਂ ਦਾ ਕੋਈ ਬੈਲੈਂਸ ਨਹੀਂ ਬਣ ਰਿਹਾ। ਤੇ ਉਹ ਕਪਟ ਬਿਰਤੀ ਜਿਹੜੀ ਹੈ, ਉਹਦੇ ਸਦਕਾ ਬਿਰਥਾ ਜਨਮ ਗਵਾਇਆ ਕਪਟੀ, ਬਿਨ ਸ਼ਬਦਾ ਦੁੱਖ ਪਾਵਣਿਆ। ਤੇ ਬਿਨਾਂ ਸ਼ਬਦ ਤੋਂ ਦੁੱਖ ਦਾ ਪਹਾੜ ਬੰਦੇ ਨੇ ਪ੍ਰਾਪਤ ਕਰ ਲਿਆ। ਦੁੱਖ ਐਕਚੁਅਲ ਲੈਵਲ ਤੇ ਕੋਈ ਇਹੀ ਨਹੀਂ ਕਿ ਤੁਸੀਂ ਕਿਸੇ ਖਾਸ ਰੋਗ, ਪੀੜਾ, ਬਿਮਾਰੀ ਜਾਂ ਪਰਿਵਾਰਕ ਕਲਾ ਕਲੇਸ਼ ਜਾਂ ਕਿਸੇ ਫਾਈਨੈਂਸ਼ੀਅਲ ਸੋਸ਼ਲ ਚੈਲੰਜ ਵਿੱਚੋਂ ਲੰਘਦੇ ਹੋ। ਇਹਨਾਂ ਨੂੰ ਤੇ ਬੰਦਾ ਜੇ ਹੈਲਦੀ ਹੈ, ਜੇ ਬੰਦਾ ਮਨ ਕਰਕੇ ਤਗੜਾ ਆ, ਤੇ ਇਹਨਾਂ ਸਭ ਤੋਂ ਤੇ ਬਾਹਰ ਆ ਜਾਏਗਾ। ਇਹ ਤੇ ਜਿਹੋ ਜਿਹੇ ਮਰਜ਼ੀ ਚੈਲੰਜਸ ਹੋਣ, ਲੋਕੀ ਬਲਕਿ ਚੰਗੇ ਬਣ ਕੇ, ਵਧੀਆ ਬਣ ਕੇ ਉੱਭਰ ਕੇ ਨਿਕਲਦੇ ਨੇ। ਬੜੇ ਐਸੇ ਲੋਕ ਨੇ ਜਿਹੜੇ ਮੇਰੇ ਖੁਦ ਜਾਣਨ ਵਾਲੇ ਸੱਜਣਾ ਮਿੱਤਰਾਂ ਦੇ ਵਿੱਚ ਮੈਨੂੰ ਯਾਦ ਹੈ, ਇੱਕ ਕੈਲੀਫੋਰਨੀਆ 'ਚ ਸਾਡੇ ਦੋਸਤ ਹੈਗੇ ਨੇ, ਤੇ ਉਹ ਬੜੀ ਵੱਡੀ ਵਰਕਸ਼ਾਪ ਔਨ ਕਰਦੇ ਨੇ। ਤੇ ਉਹ ਬਾਈ ਚਾਂਸ ਬਾਤ ਹੋਈ, ਤੇ ਉਹ ਜਿਹੜਾ ਹੈਗਾ ਆ ਇੱਕ ਫਾਰਮ ਭਰਨਾ ਸੀਗਾ, ਤੇ ਉਹ ਇੰਗਲਿਸ਼ ਵਿੱਚ ਸੀਗਾ। ਤੇ ਉਹਨਾਂ ਨੇ ਆਪਣੇ ਬੰਦੇ ਨੂੰ ਬੁਲਾਇਆ ਤੇ ਕਹਿੰਦਾ ਮੈਂ ਸਿਗਨੇਚਰ ਕਰਤੇ ਨਾ, ਭਰ ਦੇ ਸਾਰਾ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ ਸਿਗਨੇਚਰ ਕਰਤੇ, ਤੁਸੀਂ ਫਾਰਮ 'ਤੇ 3-4 ਵਰਡ ਨੇ ਲਿਖ ਦਿਓ। ਉਹ ਕਹਿੰਦੇ ਜੀ ਜਨਾਬ ਇਹ ਨਹੀਂ ਲਿਖਣੇ ਆਉਂਦੇ ਮੈਨੂੰ। ਮੈਂ ਕਿਹਾ ਐਡੀ ਵੱਡੀ ਵਰਕਸ਼ਾਪ ਔਨ ਕਰ ਦਿਓ ਇਹ ਸਭ ਕੁਛ। ਉਹ ਕਹਿੰਦੇ ਜੀ ਉਹ ਤੁਹਾਨੂੰ ਦੱਸਦਾ, ਅਸਲ ਵਿੱਚ ਇਹ ਕਿਸੇ ਦੋਸਤ ਦਾ ਤਰਸ ਹੈ ਮੇਰੇ ਤੇ। ਮੈਂ ਕਿਹਾ ਇਹ ਦੋਸਤ ਦਾ ਤਰਸ ਹੈ, ਕਿਸੇ ਨੇ ਮਦਦ ਕੀਤੀ ਹੋਏਗੀ ਇਸ ਕਿਸਮ ਦੇ ਨਾਲ। ਹੱਸ ਪਏ ਤੇ ਕਹਿੰਦੇ ਫਿਰ ਤੁਹਾਨੂੰ ਪੂਰੀ ਕਹਾਣੀ ਸੁਣਾਉਣਾ। ਕਹਿੰਦਾ ਹਾਲ ਹਕੀਕਤ ਇਹ ਹੈ ਵੀ ਜਦੋਂ ਇੱਥੇ ਸ਼ੁਰੂ ਵਿੱਚ ਆਏ ਤੇ ਉਹ ਦੋਸਤ ਦਾ ਕੋਈ ਆਪਣਾ ਟਰੱਕ ਸੀਗਾ ਜਿਹੜਾ ਉਹ ਚੰਗੀ ਤਰ੍ਹਾਂ ਚੱਲਦਾ ਨਹੀਂ ਸੀਗਾ, ਤੇ ਉਹਨੇ ਵੇਚਣਾ ਸੀ ਕਿਸੇ ਨੂੰ। ਤੇ ਉਹ ਮੈਂ ਉਹਦਾ ਦੋਸਤ ਸੀਗਾ, ਉਹ ਮਿਲ ਗਿਆ ਤੇ ਉਹ ਮੈਨੂੰ ਵੇਚ ਗਿਆ। ਤੇ ਉਹ ਜਦੋਂ ਵੇਚ ਗਿਆ ਤੇ ਹੁਣ ਟਰੱਕ ਹਰ ਇੱਕ ਮੋੜ ਤੇ ਖਰਾਬ ਹੋ ਜੇ, ਪ੍ਰੋਬਲਮ ਇਹ ਆ ਜੇ, ਦੂਜੀ ਆ ਜੇ, ਤੀਜੀ ਆ ਜੇ, ਉਹ ਕੋਈ ਹੋਰ ਖਰੀਦਦਾਰ ਨਹੀਂ ਮਿਲਦਾ। ਮੈਨੂੰ ਲੱਗਾ ਵੀ ਅਮਾਊਂਟ ਵੱਡਾ ਦੇ ਦਿੱਤਾ, ਹੁਣ ਆਈ ਹੈਵ ਟੂ ਡਰਾਈਵ। ਕਹਿੰਦਾ ਜੀ ਬਸ ਉਹਨੂੰ ਠੀਕ ਕਰਦਿਆਂ ਪੂਰੀ ਵਰਕਸ਼ਾਪ ਬਣ ਗਈ ਸਮਝੋ। ਮੈਂ ਮਕੈਨਿਕ ਬਣ ਗਿਆ। ਕਹਿੰਦਾ ਜੀ ਤਰਸਿਆ, ਸਿਚੁਏਸ਼ਨ ਪਈ, ਚੈਲੰਜ ਆਇਆ, ਬੰਦਾ ਗਿਵ ਅਪ ਨਹੀਂ ਕੀਤਾ, ਉਹਦੇ 'ਚ ਬੰਦਾ ਡਟਿਆ ਰਿਹਾ, ਲੱਗਿਆ ਰਿਹਾ। ਇਹ ਸਿਰਫ ਇੱਕ ਐਗਜ਼ਾਮਪਲ ਹੈ। ਜ਼ਿੰਦਗੀ ਦੇ ਹਰ ਮਰਹਲੇ ਤੇ ਤੁਹਾਨੂੰ ਚੈਲੰਜਸ ਆਉਂਦੇ ਨੇ। ਜਿਸ ਉਹਨਾਂ ਚੈਲੰਜਸ ਦੇ ਸਾਹਮਣੇ ਗਿਵ ਅਪ ਨਹੀਂ ਨਾ ਕਰਦੇ, ਤੁਹਾਨੂੰ ਬਣਾ ਦਿੰਦੇ ਨੇ, ਤੁਹਾਨੂੰ ਚਮਕਾ ਦਿੰਦੇ ਨੇ। ਫਿਰ ਦੁੱਖ ਕੀ ਹੈ ਜਿਹੜਾ ਗੁਰੂ ਬਾਬਾ ਜੀ ਨੇ ਆਹ ਬਾਤ ਕੀਤੀ, ਬਿਰਥਾ ਜਨਮ ਗਵਾਇਆ ਕਪਟੀ, ਬਿਨ ਸ਼ਬਦੈ ਦੁੱਖ ਪਾਵਣਿਆ। ਦੁੱਖ ਪਾਉਣ ਦਾ ਮਤਲਬ ਇੱਥੇ ਇਹ ਹੈ ਜਦੋਂ ਬੰਦੇ ਨੂੰ ਜੀਵਨ ਜੀਣ ਦੀ ਸੈਂਸ ਨਹੀਂ ਹੈ, ਸਮਝ ਨਹੀਂ ਹੈ।
ਬੰਦਾ ਚੱਲਿਆ ਤੇ ਅਸੀਂ ਕੁਝ ਹੋਰ ਬਣਾਉਣ ਨੂੰ, ਬਣ ਕੁਝ ਹੋਰ ਗਿਆ। ਜਿਹੜੀ ਅਸੀਂ ਬਾਤ ਕਰ ਰਹੇ ਸੀ, ਸ਼ਾਇਦ ਬੀਤੇ ਕੱਲ੍ਹ ਵੀ ਬਾਤ ਹੋ ਰਹੀ ਸੀ ਕਿ ਬੰਦਾ ਸਵਰਗ ਦਾ ਰਾਹ ਲੱਭਦਾ ਲੱਭਦਾ ਨਰਕ ਪਹੁੰਚ ਗਿਆ। ਉਹਦਾ ਰੀਜ਼ਨ ਕਿਉਂਕਿ ਉਹਨੂੰ ਸਵਰਗ ਦੇ ਰਾਹ ਦਾ ਪਤਾ ਨਹੀਂ, ਹਾਊ ਟੂ ਐਕਚੁਅਲੀ ਫੋਲੋ ਦਾ ਪਾਥ ਆਫ ਹੈਵਨ। ਉਹ ਜਿਹੜੀ ਚੀਜ਼ ਆ, ਇਹ ਤੇ ਭਾਈ ਸ਼ਬਦ ਦੇ ਜ਼ਰੀਏ, ਸਿੱਖਿਆ ਦੇ ਜ਼ਰੀਏ ਸਿੱਖਣੀ ਪਏਗੀ। ਤੇ ਸ਼ਬਦ ਜੀਵਨ ਜੀਣ ਦੀ ਜਿਹੜੀ ਜਾਂਚ ਕਹਿ ਲਵੋ। ਅੱਜ ਕੱਲ੍ਹ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਵੱਡਾ ਇਸ਼ੂ ਪੇਰੈਂਟਿੰਗ ਦਾ ਆਉਂਦਾ ਹੈ। ਲੋਕ ਬੜੇ ਵੱਡੇ ਲੈਵਲ 'ਤੇ ਬਾਤ ਕਰਦੇ, ਹਰ ਰੋਜ਼ ਕਾਲਾਂ 'ਤੇ ਕਾਲਾਂ ਆਉਂਦੀਆਂ, ਇਸ਼ੂਜ਼ ਬੱਚਿਆਂ ਦੇ, ਸਭ ਚੀਜ਼ਾਂ ਦੇ ਉੱਤੇ। ਅਤੇ ਮੈਂ ਲਿਟਰਲੀ ਤੌਰ 'ਤੇ ਕਹਿਣਾ, there is not any book or any kind of syllabus which you can follow and become a good parent. No, ਇਹੋ ਜਿਹੀ ਕੋਈ ਕਿਤਾਬ 'ਚ ਨਹੀਂ ਹੈਗਾ। ਜੇ ਹੁੰਦਾ ਲੋਕਾਂ ਸਾਰਿਆਂ ਨੇ ਪੜ੍ਹ ਲੈਣਾ ਸੀਗਾ। ਇਹੋ ਜਿਹਾ ਕੋਈ ਸਕੂਲ ਵੀ ਨਹੀਂ ਹੈਗਾ। ਹਾਂ, ਇਹ ਪੱਕੀ ਗੱਲ ਹੈ, ਜਿਵੇਂ ਗੁਰਬਾਣੀ ਹੈ, ਗੁਰਬਾਣੀ ਵਰਗੀ ਰਚਨਾ ਸਾਡੇ ਵਿਰਸੇ 'ਚ ਸਾਨੂੰ ਮਿਲੀ ਹੈ। ਇਹਨੂੰ ਪੜ੍ਹੋ, ਸਮਝੋ, ਆਪਣੇ ਜੀਵਨ ਵਿੱਚ ਅਡਾਪਟ ਕਰੋ, ਜੀਓ ਇਹਨੂੰ। ਜਿਵੇਂ ਜਿਵੇਂ ਤੁਸੀਂ ਇਹਨੂੰ ਅਡਾਪਟ ਕਰੋਗੇ, ਜੀਓਗੇ, ਇੱਕ ਲੈਵਲ, ਇੱਕ এনवायरमेंट ਬਿਲਡ ਕਰਨ ਦੇ ਕਾਬਿਲ ਬਣ ਸਕੋਗੇ, ਆਪਣੇ ਵਾਸਤੇ ਤੇ ਹੋਰਾਂ ਵਾਸਤੇ। ਇਹੀ ਭਗਤ ਕਰਨੀ ਹੈ, ਆਪ ਕਰਨੀ ਹੈ, ਦੂਜਿਆਂ ਨੂੰ ਪ੍ਰੇਰਨਾ ਆ। ਇਹ ਰੂਪ ਜਿਹੜਾ ਆ ਇਸ ਤਰੀਕੇ ਨਾਲ ਚੱਲਦਾ ਹੈ। ਇੱਥੇ ਤੇ ਸਾਡੇ ਬੜੇ ਪਿਆਰੇ ਮਿੱਤਰ ਹੈਗੇ ਨੇ, ਬੜੇ ਵੱਡੇ ਐਜੂਕੇਸ਼ਨਲ ਸਾਈਕੋਲੋਜਿਸਟ ਨੇ। ਉਹ ਕਿਆ ਕਰਦੇ ਨੇ, ਬੰਦੇ ਦੀ ਕਈ ਵਾਰੀ ਉਮਰ ਲੰਘ ਜਾਂਦੀ ਹੈ ਸਾਰੀ, ਮਤਲਬ ਵਡੇਰਾ ਹੋ ਗਿਆ, ਜੀਵਨ 70 ਸਾਲਾਂ ਦਾ ਹੋ ਗਿਆ, 80 ਸਾਲਾਂ ਪਾਠ ਕਰਦੇ ਹਾਂ, ਭਜਨ ਬੰਦਗੀ ਕਰਦੇ ਹਾਂ, ਅਤੇ ਕਈ ਵਾਰ ਉਸੇ ਸ਼ਖਸ ਦੇ ਪਰਿਵਾਰ ਦੇ ਵਿੱਚ ਕੋਈ 25-30 ਮੈਂਬਰ ਹੋ ਗਏ। ਕੁਝ ਉਹਦੇ ਧੀਆਂ, ਕੁਝ ਪੁੱਤ, ਕੁਝ ਜਗ੍ਹਾ ਧੀਆਂ ਦੀਆਂ ਔਲਾਦਾਂ, ਕੁਝ ਜਗ੍ਹਾ ਪੁੱਤਰਾਂ ਦੀਆਂ ਔਲਾਦਾਂ, ਕਈ ਵਾਰ 4th ਜਨਰੇਸ਼ਨ ਵੀ ਆ ਗਈ। ਅਤੇ ਕਈ ਵਾਰ ਹੁੰਦਾ, ਬਹੁਤ ਰੇਅਰਲੀ, ਕਿ 2-4 ਬੰਦੇ ਵਿੱਚੋਂ ਤੁਹਾਨੂੰ ਲੱਭਦੇ ਨੇ ਜਿਹੜੇ ਉਸ ਸ਼ਖਸ ਦੇ ਪੈਰਾਂ 'ਤੇ ਪੈਰ ਰੱਖ ਕੇ ਤੁਰਦੇ ਨੇ। ਉਹ ਕਹਿੰਦੇ ਇੰਨਾ ਵੀ ਅਨਫ ਹੈ। ਤੇ ਇਕੱਲਾ ਇੰਨਾ ਨਹੀਂ, ਜੇ ਆਪਾਂ ਇਸ ਤੋਂ ਦੇਖੋ, ਉਹ ਗੁਜ਼ਰ ਵੀ ਜਾਏ ਕਿਸੇ ਇੱਕ ਲੈਗਸੀ ਦੇ ਨਾਲ, ਕਿਸੇ ਇੱਕ ਪਰਿਵਾਰਕ ਉਸ ਮੁਹਾਜ ਦੀ ਸੋਚ ਦੇ ਨਾਲ, ਤੇ ਹੋ ਸਕਦਾ ਪਰਿਵਾਰ ਦੂਜੀ ਤੀਜੀ ਜਨਰੇਸ਼ਨ 'ਚ ਜਾ ਕੇ ਪਿੱਛੇ ਮੁੜ ਕੇ ਦੇਖੇ, ਬਾਣੀਆਂ, ਕਹਾਣੀਆਂ, ਪੁੱਤ ਸੁਪੁੱਤ ਕਰੇਣ, ਉਹਨਾਂ ਦੇ ਬਾਬੇ ਦੀ ਕਹਾਣੀ ਯਾਦ ਆਵੇ, ਉਹਨਾਂ ਦੀ ਦਾਦੀ ਦੀ, ਪੜਦਾਦੀ ਦੀ ਕਹਾਣੀ ਯਾਦ ਆਵੇ, ਉਹ ਪ੍ਰੇਰੇ ਬੰਦਾ ਕਿਸੇ ਹੋਰ ਲੈਵਲ 'ਤੇ ਆ ਜਾਏ। ਫਿਰ ਇੱਥੇ ਫਿਰ ਐਗਜ਼ਾਮਪਲ ਅੱਜ ਦੀ ਦੁਨੀਆ 'ਚੋਂ ਰੋਜ਼ਮर्रा ਦੀ ਜ਼ਿੰਦਗੀ ਜੀਣ ਵਿੱਚੋਂ ਦੇਵਾਂ। ਅਤੇ ਸਾਡੇ ਪਰਿਵਾਰ ਹੈਗਾ ਇੱਥੇ, ਅਤੇ ਉਹਨਾਂ ਦਾ ਬੱਚਾ ਮੈਡੀਕਲ ਸਕੂਲ ਗਿਆ, ਅਤੇ ਮੁੜ ਕੇ ਉਹਨੇ ਆਪਣੀ ਡਾਕਟਰੀ ਦੀ ਪੜ੍ਹਾਈ ਪੂਰੀ ਕੀਤੀ ਅਮਰੀਕਾ ਜਾ ਕੇ। ਅਤੇ ਉਹ ਫੈਮਿਲੀ ਦੇ ਵਿੱਚ ਸਾਰੇ ਜਿਹੜੇ ਬੰਦੇ ਜਾਣਨ ਵਾਲੇ, ਉਹ ਸਾਰੇ ਇੱਥੇ ਬਸ ਜਿਹੜੀਆਂ ਨੇ ਓਡ ਜੋਬਸ ਹੀ ਕਰਦੇ। ਅਤੇ ਅੱਗਾਂ ਬੱਚੇ ਵੀ ਦੂਜੇ ਕੋਈ ਬਹੁਤ ਜ਼ਿਆਦਾ ਉਸ ਕਿਸਮ ਦੀਆਂ ਚੋਇਸਿਸ ਨਾ ਬਣਾਈਆਂ ਦੂਜੇ ਫੈਮਲੀਜ਼ ਦੇ ਵਿੱਚ, ਮੈਂਬਰਸ ਦੇ ਵਿੱਚੋਂ ਵੀ। ਅਤੇ ਜਿਹੜਾ ਇਹ ਬੱਚਾ ਆ, ਇਹਦੇ ਬਾਰੇ ਵੀ ਕਹਿੰਦੇ ਸੀ ਕਿ ਐਵਰੇਜ ਸਟੂਡੈਂਟ ਆ, ਮਤਲਬ ਇਹ ਨਹੀਂ ਕਿ ਬਹੁਤ ਬ੍ਰਿਲੀਅੰਟ ਸਟੂਡੈਂਟ ਸੀਗਾ। ਫਿਰ ਇਹ ਹੋਇਆ ਕਿਵੇਂ? ਤੋ ਬਾਈ ਚਾਂਸ ਮੈਂ ਕਿਤੇ ਘਰ ਗਿਆ, ਅਤੇ ਉਹਨਾਂ ਨੇ ਆਪਣੇ ਦਾਦਾ ਜੀ ਦੀ ਫੋਟੋ ਟੰਗੀ। ਅਤੇ ਮੈਂ ਕਿਹਾ, ਇਹ ਕਹਿੰਦੇ ਜੀ ਇਹ ਦਾਦਾ ਜੀ ਸਾਡੇ ਬੱਚੇ ਦੇ, ਅਤੇ ਇਹ ਅੰਗਰੇਜ਼ਾਂ ਦੇ ਟਾਈਮ ਮਿਲਟਰੀ ਦੇ ਵਿੱਚ ਡਾਕਟਰ ਹੁੰਦੇ ਸੀ। ਸੋ ਇੱਕ ਚੇਟਕ ਲੱਗ ਗਈ। ਉਸ ਚੇਟਕ ਨੇ ਕਿਹਾ ਕਿ ਓਕੇ, ਕਹਿੰਦੇ ਕਿ ਇਹਨੇ ਆਪਣੇ ਆਪ ਨੂੰ ਇਹਨਾਂ ਦੇ ਨਾਲ ਐਸੋਸੀਏਟ ਕਰ ਲਿਆ, ਅਤੇ ਸਾਂਝ ਐਸੀ ਬਣਾ ਲਈ ਸੋਚ ਅੰਦਰ, ਸੋਚਣ ਦੇ ਤੌਰ 'ਤੇ ਕਿ ਓਕੇ, ਜੇ ਉਹ ਬਣ ਸਕਦੇ ਮੈਂ ਕਿਉਂ ਨਹੀਂ ਬਣ ਸਕਦਾ। ਅਕਸਰ ਗੱਲਾਂ ਹੋਣੀਆਂ ਘਰ ਦੇ ਵਿੱਚ, ਕਿਹੜੇ ਟਾਈਮ ਦੇ ਵਿੱਚ ਜਦੋਂ ਪਿੰਡ ਵਿੱਚ ਕੱਚਾ ਰਾਹ ਹੁੰਦਾ ਸੀ, ਕਿਵੇਂ ਪੜ੍ਹਦੇ ਸੀ, ਕਿਵੇਂ ਜਾ ਕੇ ਲਾਹੌਰ ਪੜ੍ਹੇ, ਸਭ ਚੀਜ਼ਾਂ ਇਹ ਸਾਰੀਆਂ ਗੱਲਾਂ ਹੋਈਆਂ। ਇਹ ਸਭ ਕਰਦਿਆਂ ਉਸ ਤਰੀਕੇ ਨਾਲ ਉੱਥੇ ਪਹੁੰਚ ਗਏ। ਸੋ ਆਹ ਜਿਹੜੀ ਬਾਤ ਆ, ਗੁਰੂ ਮਹਾਰਾਜ ਨੇ ਜਿਹੜਾ ਬਿਆਨ ਕੀਤਾ ਨਾ, ਵੀ ਸ਼ਬਦ ਹੈ, ਜੇ ਬੰਦਾ ਸ਼ਬਦ ਕਮਾ ਲਵੇ, ਸਿੱਖਿਅਤ ਕਰ ਲਏ ਆਪਣੇ ਆਪ ਨੂੰ, ਗੁਰਬਾਣੀ ਵਰਗੀ ਰਚਨਾ ਇੱਕ ਜੀਵਨ ਦੀ ਜਾਂਚ ਸਿੱਖ ਲਵੇ, ਇਹਦਾ ਪ੍ਰਭਾਵ ਤੁਹਾਡੇ ਵਿੱਚ ਆਵੇਗਾ, ਇਹ ਫਿਰ ਇਨਫਿਊਲ ਹੋਏਗਾ, ਫਿਰ ਆਲੇ ਦੁਆਲੇ ਵੰਡਿਆ ਜਾਏਗਾ। ਤੇ ਜੇ ਚੀਜ਼ ਨਹੀਂ ਆਏਗੀ, ਸਭ ਕਹਿੰਦੇ ਬਿਨ ਸ਼ਬਦਾ ਦੁੱਖ ਪਾਵਣਿਆ, ਅੱਗੇ ਬਚਨ ਧਾਵਤ ਰੱਖ ਹੈ ਠਾਕ ਰਹਾ ਹੈ। ਮਨ ਭਟਕ ਰਿਹਾ। ਆਪਾਂ ਸ਼ੇਖ ਚਿੱਲੀ ਦੀ ਕਹਾਣੀ ਸੁਣਦੇ ਹਾਂ ਨਾ, ਵੀ ਸ਼ੇਖ ਚਿੱਲੀ ਨੂੰ ਜਿਹੜਾ ਹੈਗਾ 1 ਰੁਪਇਆ ਮਿਲ ਗਿਆ, ਤਾਂ 1 ਰੁਪਇਆ ਐਕਚੁਅਲੀ ਮਿਲਣਾ ਸੀਗਾ, ਹਾਲੇ ਮਜ਼ਦੂਰੀ ਕਰਨ ਲੱਗਾ, ਕਿਸੇ ਦਾ ਸਿਰ 'ਤੇ ਕੁਝ ਟੋਕਰਾ ਵਗੈਰਾ ਚੁੱਕ ਕੇ ਸਮਾਨ ਦਾ, ਅਤੇ ਉਹ ਜਿਹੜਾ ਹੈਗਾ ਉਹਦੇ ਵਾਸਤੇ ਉਹਨੂੰ ਲੇਬਰ ਮਿਲਣੀ ਸੀਗੀ। ਅਤੇ ਉਹ ਸੁਪਨੇ ਲੈਣ ਲੱਗਿਆ ਵੀ ਓਕੇ, ਇਸ 1 ਰੁਪਏ ਦਾ
ਮੈਂ ਇੱਕ ਆਂਡਾ ਖਰੀਦਾਂਗਾ, ਉਹਦੇ ਵਿੱਚੋਂ ਇੱਕ ਮੁਰਗੀ ਨਿਕਲੇਗੀ, ਉਹ ਫਿਰ ਜਿਹੜਾ ਅੱਗੇ 50-100 ਆਂਡੇ ਦੇਗੀ, ਉਹਦੇ 50-100 ਫਿਰ ਬੱਚੇ ਹੋਣਗੇ, ਫਿਰ ਅੱਗੋਂ ਮੇਰੇ ਕੋਲ ਇਤਨਾ ਵੱਡਾ ਇੱਕ ਪੋਲਟਰੀ ਫਾਰਮ ਬਣ ਜਾਏਗਾ, ਫਿਰ ਮੈਂ ਉਸ ਤੋਂ ਬਾਅਦ ਇੱਕ ਡਾਇਰੀ ਫਾਰਮ ਬਣਾ ਲਾਂਗਾ। ਫਿਰ ਸਾਰੀਆਂ ਗੱਲਾਂ ਸੋਚਦਿਆਂ ਤੇ ਇੱਕ ਲੈਵਲ ਤੇ ਜਾ ਕੇ ਆਉਂਦਾ ਵੀ ਓਕੇ ਇੱਕ ਦਿਨ ਫਿਰ ਮੇਰੀ ਮੈਰਿਜ ਹੋ ਜਾਏਗੀ, ਮੇਰੀ ਵਾਈਫ ਹੋਏਗੀ, ਬੱਚੇ ਹੋਣਗੇ, ਤੇ ਫਿਰ ਮੇਰੀ ਵਾਈਫ ਮੇਰੇ ਬੱਚਿਆਂ ਨੂੰ ਰੋਕੇਗੀ ਵੀ ਤੁਸੀਂ ਸ਼ਰਾਰਤਾਂ ਨਹੀਂ ਕਰ ਸਕਦੇ ਇਸ ਤਰੀਕੇ ਨਾਲ। ਜਿਵੇਂ ਹੀ ਉਹ ਇਹੋ ਜਿਹਾ ਕੁਝ ਕੰਮ ਕਰਨ ਲੱਗੇਗੀ, ਮੈਂ ਉਹਨੂੰ ਦੌੜ ਕੇ ਗੁੱਸੇ ਹੋਵਾਂਗਾ ਇੱਕਦਮ। ਜਦੋਂ ਇਸ ਦੌੜ ਕੇ ਖਿਆਲਾਂ 'ਚ ਗਵਾਚਾ ਕਰਨ ਲੱਗਾ, ਜਿਹੜਾ ਸਿਰ ਤੇ ਟੋਕਰਾ ਚੁੱਕਾ ਸੀ ਉਹ ਡਿੱਗ ਗਿਆ। ਉਹ ਜਿਹੜਾ ਜਿਹਦਾ ਸਮਾਨ ਚੱਕ ਕੇ ਲੈ ਕੇ ਜਾ ਰਹੇ ਸੀ, ਉਹਨੇ ਦੇਖਿਆ ਸਮਾਨ ਹੀ ਸਾਰਾ ਤੋੜ ਦਿੱਤਾ ਇਹਨੇ। ਤੇ ਉਹ 1 ਰੁਪਇਆ ਤੇ ਕੀ ਮਿਲਣਾ ਸੀਗਾ, ਬਲਕਿ ਝਿੜਕਾਂ ਮਿਲੀਆਂ। ਉਹਨੇ ਉਲਟਾ ਕਿਹਾ ਵੀ ਤੂੰ ਮੇਰਾ ਨੁਕਸਾਨ ਕਰਤਾ, ਬਲਕਿ ਨੁਕਸਾਨ ਪਰ। ਹੁਣ ਸਾਰੀ ਬਣੀ ਹੋਈ ਤਸਵੀਰ ਸਾਰੇ ਦੀ ਸਾਰੀ ਟੁੱਟ ਗਈ। ਜਿਹੜਾ ਬਚਨ ਲਿਖਿਆ ਨਾ, ਧਾਵਤ ਰੱਖ ਹੈ ਠਾਕ ਰਹਾ ਹੈ, ਜਿਹੜੀ ਮਨ ਦੀ ਦਸ਼ਾ ਹੈ ਨਾ, ਇਹ ਐਕਚੁਅਲੀ ਉਸ ਸ਼ੇਖ ਚਿੱਲੀ ਵਰਗੀ ਹੈ। ਸਪੋਜ਼ ਕਰੋ ਬੰਦਾ ਚੰਗਾ ਵੀ ਕਰਨ ਲੱਗੇ ਤੇ ਮਨ ਉਸ ਚੰਗੇ ਨੂੰ ਕਰਨ ਦੇ ਉੱਤੇ ਫੋਕਸ ਕਰਨ ਦੀ ਬਜਾਏ ਉਹਦੇ ਅਗਲੇ ਰਿਜ਼ਲਟ ਸੋਚਣ ਲੱਗ ਜਾਂਦਾ ਹੈ, ਆਲੇ ਦੁਆਲੇ ਸੋਚਣ ਲੱਗ ਜਾਂਦਾ ਹੈ। ਉਹ ਭਾਵੇਂ ਪੋਜ਼ਿਟਿਵ ਹੀ ਸੋਚ ਰਿਹਾ ਹੈ। ਸਪੋਜ਼ ਤੁਸੀਂ ਕੋਈ ਬੁੱਕ ਹੀ ਰੀਡ ਕਰ ਰਹੇ ਹੋ, ਟੈਕਸਟ ਬੁੱਕ ਕੋਈ ਰੀਡ ਕਰ ਰਿਹਾ ਆਪਣੇ ਸਕੂਲ ਵਾਸਤੇ, ਕਿਸੇ ਯੂਨੀਵਰਸਿਟੀ ਕੋਰਸਿਸ ਵਾਸਤੇ, ਤੇ ਤੁਹਾਨੂੰ ਕੋਈ ਚੀਜ਼ ਸਮਝ ਆਉਣ ਲੱਗੀ ਥੋੜੀ ਜਿਹੀ, ਅਜੇ ਲਾਈਨ 2 ਲਾਈਨ ਸ਼ਾਇਦ ਸਮਝ ਲੱਗੀਆਂ ਹੋਣਗੀਆਂ, ਮਨ ਉੱਡ ਗਿਆ ਅੱਗੇ ਦਾ ਅੱਗੇ। ਉਹ ਸ਼ਾਇਦ ਤੁਹਾਡੀ ਅਸਾਈਨਮੈਂਟ ਦੇ A+ ਦੇ ਵੀ ਸੁਪਨੇ ਲੈਣ ਲੱਗ ਗਿਆ, ਉਹ ਸ਼ਾਇਦ ਅਗਲੇ ਵੀ ਕੁਝ ਚੀਜ਼ਾਂ ਸੋਚਣ ਲੱਗ ਗਿਆ। ਹੁਣ ਇਸ ਨੂੰ ਕਿਵੇਂ ਰੋਕਾਂ? ਦੈਟ ਇਜ਼ ਹਾਰਡ ਪਾਰਟ। ਇਹ ਮਿਜ਼ਰੀ ਹੈ। ਇਹ ਹੈ ਉਹ ਹਾਲਤ ਜਦੋਂ ਬੰਦੇ ਦੀ ਕੰਸੈਂਟਰੇਸ਼ਨ ਜਿਹੜੀ ਹੈ ਉਹ ਡਿਸਟਰੈਕਟ ਹੁੰਦੀ ਹੈ। ਕੋਈ ਹੋਰ ਦੁਸ਼ਮਣ ਨਹੀਂ ਸਾਡਾ, ਸਾਡਾ ਮਨ ਹੀ ਸਾਡਾ ਦੁਸ਼ਮਣ ਬਣ ਜਾਂਦਾ। ਗੁਰੂ ਬਾਬਾ ਜੀ ਕਹਿੰਦੇ ਧਾਵਤ ਰੱਖ ਹੈ ਠਾਕ ਰਹਾ ਹੈ। ਮਹਾਰਾਜ ਗੱਲ ਠੀਕ ਹੈ। ਭੱਜਦੇ ਨੂੰ ਠਾਕ ਕਹਿੰਦੇ ਰੋਕ ਕੇ ਰੱਖਣਾ, ਉਹਨੂੰ ਇੱਕ ਜਗ੍ਹਾ ਤੇ ਜਿਹੜਾ ਸਟਿਲ ਕਰਨਾ, ਉਹਨੂੰ ਇੱਕ ਜਗ੍ਹਾ ਤੇ ਟਿਕਾ ਲੈਣਾ। ਬਾਬਾ ਜੀ ਕਿਵੇਂ ਹੋਏਗਾ? ਗੁਰ ਪ੍ਰਸਾਦੀ ਪਰਮ ਪਦ ਪਾਏ। ਜੇ ਗੁਰੂ ਦੀ ਕਿਰਪਾ ਦੇ ਨਾਲ, ਪ੍ਰਸਾਦ ਨਾਲ ਪਰਮ ਦੀ ਪਰਮ ਪਦਵੀ ਪ੍ਰਾਪਤ ਕੀਤੀ ਜਾਏ। ਸਿੱਖੀ ਨੇ 3 ਚੀਜ਼ਾਂ ਤੇ ਬਹੁਤ ਫੋਕਸ ਕੀਤਾ ਆ। ਨੰਬਰ 1 ਪ੍ਰਯਾਸ, ਜਿਹਨੂੰ ਅਸੀਂ ਐਫਰਟ ਕਹਿੰਦੇ ਆ। ਨੰਬਰ 2 ਅਰਦਾਸ, ਜਿਹਨੂੰ ਅਸੀਂ ਪ੍ਰੇਅਰ ਕਹਿੰਦੇ ਆ। ਨੰਬਰ 3 ਪ੍ਰਸਾਦ, ਜਿਹਨੂੰ ਅਸੀਂ ਬਲੈਸਿੰਗ ਕਹਿੰਦੇ ਆ। ਇਟਸ ਅ ਸੀਕੁਐਂਸ। ਤੁਸੀਂ ਪ੍ਰਯਾਸ ਕਰੋ ਨਾ, ਸਪੋਜ਼ ਕਰੋ ਬੂਟਾ ਲਗਾਇਆ ਨਹੀਂ ਤੇ ਬੰਦਾ ਪ੍ਰੇਅਰ ਇਹ ਕਰ ਰਿਹਾ ਵੀ ਰੱਬਾ ਮੇਰੇ ਘਰ ਦੇ 'ਚ ਬਹੁਤ ਮਿੱਠੇ ਮਿੱਠੇ ਪਲਮ ਹੋਣ, ਬਹੁਤ ਮਿੱਠੇ ਮਿੱਠੇ ਐਪਲ ਹੋਣ। ਉਹ ਭਲੇ ਬੰਦੇ ਪਹਿਲਾਂ ਟਰੀ ਤੇ ਪਲਾਂਟ ਕਰ, ਉਹ ਤੇ ਲਗਾ, ਪਹਿਲਾਂ ਐਫਰਟ ਤੇ ਪਾ। ਇਹ ਪਹਿਲਾ ਹੈ। ਐਫਰਟ ਕੀਤੀ, ਪ੍ਰਯਾਸ ਕੀਤਾ, ਦੈਨ ਹਾਂ ਇਹ ਮਦਰ ਨੇਚਰ ਤੇ ਡਿਪੈਂਡ ਕਰਦਾ ਹੈ। ਉਹ ਵੈਦਰ ਵਧੀਆ ਰੱਖੇ। ਉਸ ਬੂਟੇ ਨੇ ਮਿੱਟੀ ਹੈ ਨਾ ਸਾਰੀ, ਮਿੱਟੀ 'ਚ ਉਹਨੇ ਕੀ ਗ੍ਰੈਬ ਕਰਨਾ ਹੈ? ਹੋ ਸਕਦਾ ਇਹੋ ਜਿਹੀ ਐਨਰਜੀ ਮਿੱਟੀ 'ਚੋਂ ਗ੍ਰੈਬ ਕਰੇ, ਉਹਨੂੰ ਪੱਤੇ ਤੇ ਬੜੇ ਲੱਗ ਜਾਣ, ਟਾਹਣੀਆਂ ਬੜੀਆਂ ਲੱਗ ਜਾਣ, ਫਰੂਟ ਇੱਕ ਵੀ ਨਾ ਲੱਗੇ। ਇੱਥੇ ਜਾ ਕੇ ਫਿਰ ਕੀ ਚੀਜ਼ ਕੰਮ ਕਰਦੀ ਹੈ? ਅਰਦਾਸ। ਹਾਲਾਂਕਿ ਸਾਇੰਟੀਫਿਕਲੀ ਲੋਕੀ ਅਜੇ ਵੀ ਇਸ ਚੀਜ਼ ਨੂੰ ਥੋੜ੍ਹਾ ਉਸ ਤਰੀਕੇ ਨਾਲ ਲੈਂਦੇ ਆ, ਪਰ ਜੇ ਆਪਾਂ ਬਿਲਕੁਲ ਅੱਜ ਦੇ ਪੋਸਟ ਮਾਡਰਨ ਲੈਵਲ ਤੇ ਆ ਜਾਈਏ, ਅੱਜ ਦੇ ਵਿੱਚ ਹੋਲਿਸਟਿਕ ਹੀਲਿੰਗ ਤੇ ਸਾਰੇ ਪ੍ਰੋਗਰਾਮਸ ਨੂੰ ਜਿਵੇਂ ਲੋਕੀ ਪੜ੍ਹਾ ਰਹੇ ਨੇ, ਉੱਥੋਂ ਪਤਾ ਲੱਗ ਰਿਹਾ ਨਹੀਂ, ਕੁਝ ਹੈ ਜਿਹੜਾ ਅੰਦਰੋਂ ਨਿਕਲਦਾ ਤੇ ਬਾਹਰ ਜਾਂਦਾ। ਇਹ ਅਰਦਾਸ ਆ। ਫਿਰ ਜਿਹੜੀ ਤੀਸਰੀ ਚੀਜ਼ ਉਹ ਹੈ ਪ੍ਰਸਾਦ। ਪ੍ਰਸਾਦ ਕੀ ਹੈ? ਸਪੋਜ਼ ਉਹਨੂੰ ਚੰਗਾ ਫਰੂਟ ਲੱਗ ਗਿਆ ਤੇ ਬੰਦਾ ਪ੍ਰਾਊਡ ਹੀ ਹੋ ਗਿਆ ਵੀ ਯੂ ਨੋ ਇਟਸ ਮੀ, ਜਿੰਨੇ ਆਪ ਬੂਟਾ ਲਗਾਇਆ ਸੀਗਾ, ਜਿਹਦੇ ਵਿਹੜੇ 'ਚ ਆ ਬੂਟਾ ਤੇ ਮਿੱਠੇ ਫਲ ਮਿਲ ਰਹੇ ਨੇ। ਉਹ ਭਲੇ ਬੰਦੇ, ਇਟਸ ਨਾਟ ਯੂ ਜਸਟ ਡਿਡ ਅ ਵੈਰੀ ਸਮਾਲ ਟਾਈਨੀ ਐਫਰਟ। ਇਹ ਕਿਸੇ ਵੱਡੇ ਲਾਅ ਆਫ ਕਾਜ਼ਮੋ ਨੇ ਬਖਸ਼ਿਸ਼ ਕੀਤੀ ਹੈ। ਪ੍ਰਸਾਦ ਹੈ, ਬਲੈਸਿੰਗ। ਇਹਨੂੰ ਇਸੇ ਤਰੀਕੇ ਨਾਲ ਹੀ ਅਟੇਨ ਕਰਨਾ ਤੇ ਐਵੇਂ ਹੀ ਇਹਨੂੰ ਐਗਜ਼ੀਕਿਊਟ ਕਰਨਾ, ਐਵੇਂ ਪ੍ਰਾਪਤ ਕਰਕੇ ਉਹਨੂੰ ਜੀਵਨ ਵਿੱਚ ਲੈ ਆਉਣਾ। ਗੁਰੂ ਬਾਬਾ ਜੀ ਨੇ ਬਿਆਨ ਕੀਤਾ ਬਿਰਥਾ ਜਨਮ ਗਵਾਇਆ। ਉਸ ਬੰਦੇ ਨੇ ਜਿਹੜਾ ਇਸ ਚੀਜ਼ ਨੂੰ ਨਾ ਸਮਝਿਆ, ਇਸ ਕਰਕੇ ਗੁਰ ਪ੍ਰਸਾਦੀ ਪਰਮ ਪਦ ਪਾਏ। ਗੁਰੂ ਦੇ ਤਰਸ ਨਾਲ ਪਰਮ ਦੀ ਪਦਵੀ ਪ੍ਰਾਪਤ ਕਰ। ਆਪਣੇ ਮਨ ਨੂੰ ਧਾਵਤ ਟਿਕਾ ਕੇ ਰੱਖ। ਜੇ ਚੰਗਾ ਵੀ ਹੋ ਰਿਹਾ, ਜੇ ਵਧੀਆ ਵੀ ਹੋ ਜਾਏਗਾ ਤਾਂ ਵੀ ਸ਼ੁਕਰ ਹੈ ਦਾਤਾ, ਮੈਨੂੰ ਇਸ ਕਾਬਲ ਬਣਾਏਗਾ ਤੂੰ, ਮੈਂ ਕਰ ਸਕਾਂਗਾ, ਮੈਨੂੰ ਕਰਨ ਦੇ ਕਾਬਲ ਬਣਾ ਰਿਹਾ, ਸ਼ੁਕਰ ਹੈ ਤੇਰਾ। ਇਹੋ ਜਿਹੀ ਬਾਤ ਹੈ। ਅਗਲਾ ਬਚਨ ਸਤਿਗੁਰ ਆਪੇ ਮੇਲ ਮਿਲਾਏ, ਮਿਲ ਪ੍ਰੀਤਮ ਸੁਖ ਪਾਵਣਿਆ। ਸਤਿਗੁਰ ਆਪੇ ਮੇਲ ਮਿਲਾਏ। ਬਾਕੀ ਇਹ ਕੋਈ ਵੀ ਜੀਵਨ ਦੀ ਜਿਹੜੀ ਅਚੀਵਮੈਂਟ ਆ ਉਹ ਸਾਡੇ ਤੱਕ ਪਹੁੰਚਣੀ ਹੈ, ਤੇ ਇਹ ਪਹੁੰਚਣ ਵਾਸਤੇ ਕਈ ਤਰੀਕੇ ਨੇ।
मतलब ये भी हो सकता है कि एक बंदे ने सपोज मैं होर एक सिंपल एग्जाम्पल कर देना वा, ये रोज़मर्रा की जिंदगी की साड़ी रोज़ की खेड ही है जिहड़े च असीं विचरदे हैं सारे। अपने शहर च इत्थे एक प्यारे सज्जन हैगे ने ते वो बड़े सफल बिजनेसमैन ने, बड़ा सोहना कंमकार करते, ते टॉप ऑफ दैट गल ये हैगी है बड़े रिलीजियस माइंडेड भी ने। तो मैनू एहसास नहीं सी इस गल का, एक्चुअली एक दो बारी उन्होंने बड़ी मुलाकात हुई, मीटिंग हुई, गल्लां बातां होईयां तो पता लगा भी बंदा बहुत अंदरों भरिया आ उस साइड तो गल्लां बातां दे दौरान जो गल हुई तो वो कहंदा कि गल है कि ये जिहड़ी चीज़ है बड़ी औखी मिली है। मैं क्या वैसे कह रहे हैं ना, तो मैं क्या चलो जी ये तुहाडा वड्डप्पन है, तुसीं एवें कह रहे हो। कहंदे नहीं 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 मैं तुहानूं पूरी गल सुणाउणा, क्यों औखी मिली है। मैं कहा जी क्यों औखी मिली है। वो कहंदे जी जो बड़ा यंग सीगा जो इत्थे आया, आगे पै गया पुट्ठे पासे किते। कहंदे जी कोई 30-31 महीने बिहाइंड द बार रहा, जेल रहा, अकल आ गई, पाठ करना आ गया उत्थे, उसे समझ आ गई। कहंदे उत्थों निकलिया बंदा ही बन गया। वो दिन जाता है तो अज का दिन बिल्कुल जिहड़ा इस लैवल ते आ गया। ਉਹਦੇ ਦੇਣ ਦੇ कई ढंग ने। ਬੰਦੇ ਨੂੰ लगता है कि यू नो इफ आई हैव डन एनी एरर दैट मीन आई एम ओवर नाउ, लाइफ इज ओवर। नहीं, तू दूजा पासा देखदा। कई बार सानू असी मोस्टली होपलैस इत्थों हुंदे आ। गुरु बाबा जी कहंदे सतगुरु आपे मेल मिलाए, ਉਹਦੇ कई तरीके ਨੂੰ आप ही मेल मिलाउण वाला है। असी वेखीए वो पता नहीं किधरों डॉट मैच करा देगा किस तरीके दे नाल। अगला बचन लिखिया है मिल प्रीतम सुख पावने। तो जिहड़ा उस प्रीत दे सोर्स प्यार ना, असी वैसे इन इंग्लिश लैंग्वेज वी यूज लव वर्ड फॉर मोस्ट ऑफ द टाइम, दिस एक्चुअली वर्ड प्यार, बट प्यार का एक्चुअल मतलब हुंदा कंपैशन, कटसी। जिन्ना बंदा उस सोर्स नाल जुड़ेगा जिहड़ा ओशन ऑफ कंपैशन है, तुहाडी जिंदगी क्यों ना भरेगी। समुंदर सारे दुनिया दे जिन्ना बदल आ, जिन्ना जिहड़ा क्लाउड्स ने, रेन आ, सारी सोर्स उत्थों आ रही है। पर यह भी सच है दुनिया दियां जिन्नियां रिवर्स ने सारियां उहदे च जाके पैंदियां ने। असी कंपैशन सोचते हैं भी मैं कंपैशनेट होके लोकां दा भला करांगा, भुल जा सारी दुनिया तेरा भला करन लई आ जाएगी। तू भी एक दिन होर फुलफिल हो जाएगा। सो दी बात कीती जिहड़ा असल सुख आ मिल प्रीतम सुख पावने, वो प्रीत का सोर्स रब जी तेनू मिलेगा, वो तेनू आप नवाजेगा, वो आप बख्शेगा। इन्नियां क बिनतियां नाल खिमा भुलां गलतियां ना चितारियो। सब प्रेम आवाज़ दे के कह देना जी वाहिगुरु जी का खालसा वाहिगुरु जी की फतेह।